ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 97 ਤੇ ਉੱਤੋਂ 2 4 6 ਉੱਤੋਂ 7ਵੀਂ ਲਾਈਨ ਹੈ, 2 ਨੰਬਰ ਤੋਂ ਬਾਅਦ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਉਠਾ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨ ਦਿਸੈ ਬਹਰਾ ਜੀਓ। ਸਭ ਕੋ ਆਸੈ ਤੇਰੀ ਬੈਠਾ, हे परमात्मा ਸਾਰੇ ਤੇਰੀ ਆਸ 'ਤੇ ਬੈਠੇ ਨੇ। ਜਿਵੇਂ ਆਪਾਂ ਕਿਸੇ ਦੀ ਆਸ 'ਤੇ ਬੈਠੇ ਵੀ ਆਊਗਾ ਫਿਰ ਸਹਾਇਤਾ ਕਰੇਗਾ। हे परमात्मा ਹਰ ਕੋਈ ਤੇਰੀ ਆਸ 'ਤੇ ਬੈਠਾ ਹੈ, ਤੇਰੇ ਆਸਰੇ ਬੈਠਾ ਹੈ। ਘਟ ਘਟ ਅੰਤਰ ਤੂੰ ਹੈ ਉਠਾ, ਉਠਾ ਮੈਨੇ ਵਸਦਾ ਹੈ। ਘਟ ਸਰੀਰ ਨੂੰ, ਹਿਰਦੇ ਨੂੰ ਕਹਿੰਦੇ ਨੇ। ਤੂੰ ਹਰ ਇੱਕ ਹਿਰਦੇ ਦੇ ਅੰਦਰ ਵਸਦਾ ਹੈ। ਸਭੇ ਸਾਂਝੀ ਵਾਲ ਸਦਾਇਨ, ਸਾਰੇ ਸਾਂਝੀ ਵਾਲ ਕਹਿਲਾਉਂਦੇ ਹਨ, ਕਿਉਂਕਿ ਧਰਮ ਪਰਮਾਤਮਾ ਨੂੰ ਕਹਿੰਦੇ ਸਾਡਾ ਬਾਪ ਹੈ ਅਤੇ ਅਸੀਂ ਉਹਦੇ ਧੀਆਂ ਪੁੱਤਰ ਹਾਂ, ਤਾਂ ਫਿਰ ਅਸੀਂ ਸਾਰੇ ਸਾਂਝੀ ਵਾਲ ਹੋਏ ਨਾ। ਇਸ ਲਈ ਸਾਰੇ ਸਾਂਝੀ ਵਾਲ ਅਖਲਾਉਂਦੇ ਹਨ। ਤੂੰ ਕਿਸੇ ਨਾ ਦਿਸੈ ਬਾਹਰਾ ਜੀ, ਬਾਹਰਾ ਮਨੇ ਓਪਰਾ। ਤੂੰ ਕਿਸੇ ਨੂੰ ਓਪਰਾ ਨਹੀਂ ਲੱਗਦਾ, ਸਭ ਨੂੰ ਤੂੰ ਆਪਣਾ ਲੱਗਦਾ। ਤੂੰ ਹਰ ਇੱਕ ਦੇ ਹਿਰਦੇ 'ਚ ਵਸਦਾ ਹੈ। ਸਾਰੇ ਆਪਣੇ ਆਪ ਸਾਂਝੀ ਵਾਲ ਕਹਾਉਂਦੇ ਨੇ। ਹਰ ਕੋਈ ਤੇਰੀ ਆਸ 'ਤੇ ਬੈਠਾ ਹੈ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਕਿਉਂਕਿ ਤੂੰ ਆ ਗਿਆ। ਕਰਾਏ ਪੜਾਂਗੇ ਤਾਂ ਕਰਦਾ ਹੈ, ਕਰਾਏ ਕਰਾਉਂਦਾ ਹੈ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨ ਭਵਾਏ। ਨਾਨਕ ਦਾਸ ਤੇਰਾ ਬਲਿਹਾਰੈ, ਸਭ ਤੇਰਾ ਖੇਲ ਦਸਹਰਾ ਜੀਓ। ਤੂੰ ਆਪੇ ਗੁਰਮੁਖ ਮੁਕਤ ਕਰਾਏ। ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਤੂੰ ਗੁਰੂ ਰਾਹੀਂ ਮੁਕਤ ਕਰਾ ਦਿੰਦਾ। ਕਿਉਂ ਗੁਰਮੁਖ ਨੇ ਉਹ ਗੁਰੂ ਦੇ ਆਖੇ ਲੱਗਦੇ ਨੇ, ਗੁਰੂ ਫਿਰ ਜਿਹੜਾ ਹੈ ਉਹਨਾਂ ਨੂੰ ਮੁਕਤ ਕਰ ਦਿੰਦਾ। हे ਪਰਮਾਤਮਾ ਤੂੰ ਗੁਰੂ ਦੇ ਰਾਹੀਂ ਜੀਵਾਂ ਨੂੰ ਮੁਕਤੀ ਬਖਸ਼ਦਾ ਹੈ। ਤੂੰ ਆਪੇ ਮਨਮੁਖ ਜਨ ਭਵਾਏ, ਅਤੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਅੱਡ ਅੱਡ ਜਨਮਾਂ 'ਚ ਭਾਉਂਦਾ। ਕਿਸੇ ਨੂੰ ਕਿਸੇ ਜੂਨੀ 'ਚ, ਕਿਸੇ ਨੂੰ ਕਿਸੇ ਜੂਨੀ 'ਚ। ਨਾਨਕ ਦਾਸ ਤੇਰਾ ਬਲਿਹਾਰੈ, ਸਭ ਤੇਰਾ ਖੇਲ ਦਸਾਰਾ ਜੀਓ। हे ਪ੍ਰਮਾਤਮਾ ਜਿਹੜਾ ਤੇਰਾ ਦਾਸ ਹੈ ਉਹ ਤੇਰੇ ਤੋਂ ਬਲਿਹਾਰ ਜਾਂਦਾ। ਨਾਨਕ ਤੇਰਾ ਦਾਸ ਹੈ, ਤੇਰੇ ਤੋਂ ਬਲਿਹਾਰ ਜਾਂਦਾ ਹੈ। ਸਭ ਤੇਰਾ ਖੇਲ ਦਸਹਰਾ ਜੀ, ਦਸਹਰਾ ਮੈਨੂੰ ਦਿਸਦਾ ਹੈ। ਇਹ ਸਾਰਾ ਸੰਸਾਰ ਤੇਰਾ ਖੇਲ ਦਿਸਦਾ ਹੈ, ਇਹ ਤੇਰਾ ਖੇਡ ਹੈ। ਮਾਝ ਮਹਿਲਾ ਪੰਜਵਾਂ। ਅਨਹਦ ਵਾਜੈ ਸ਼ਬਦ ਸੁਹੇਲਾ, ਸਹਿਜ ਸੁਹੇਲਾ। ਅਨਹਦ ਵਾਜੈ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਨ ਊਚ ਊਚ ਸਵਾਰਿਆ ਜੀਓ। ਅਨਹਦ ਵਾਜੈ, ਭਗਤੀ ਕਰਦਿਆਂ 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 ਇੱਕ ਐਸੀ ਅਵਸਥਾ ਹੁੰਦੀ ਹੈ ਕਿ ਅੰਦਰ ਅਨਹਦ ਨਾਦ ਜਿਹੜਾ ਵੱਜ ਰਿਹਾ ਸੁਣਨਾ ਸ਼ੁਰੂ ਹੋ ਜਾਂਦਾ। ਅਨਹਦ ਨਾਦ ਹੁੰਦਾ ਉਹ ਨਾਦ, ਉਹ ਸਾਜ਼ ਜਿਹੜਾ ਆਪਣੇ ਆਪ ਵੱਜੇ। ਅਨ ਹੁੰਦਾ ਬਿਨਾਂ ਵਜਾਇਆਂ ਵੱਜਣ ਵਾਲਾ।
ਅੰਦਰ ਅਨਹਦ ਨਾਦ ਵੱਜਣ ਲੱਗਦਾ, ਅੰਦਰ ਰੱਬੀ ਸੰਗੀਤ ਸੁਣਨ ਲੱਗ ਜਾਂਦਾ, ਸਹਿਜ ਸੁਹੇਲਾ। ਫਿਰ ਇਹੀ ਜੀਵਨ ਸਹਿਜ 'ਚ ਆ ਜਾਂਦਾ ਹੈ ਅਤੇ ਸੁਖੀ ਹੋ ਜਾਂਦਾ ਹੈ। ਬੰਦਾ ਸਹਿਜ ਅਵਸਥਾ 'ਚ ਆ ਜਾਂਦਾ ਹੈ, ਨਾ ਉਹ ਜਿਹੜਾ ਹੈ ਦੁਖੀ ਹੁੰਦਾ, ਨਾ ਸੁੱਖ 'ਚ ਛਾਲਾ ਮਾਰਦਾ। ਦੁੱਖ ਆਓ, ਸੁੱਖ ਆਓ, ਖੁਸ਼ੀ ਆਓ, ਗਮੀ ਆਓ, ਉਹ ਸਹਿਜ ਅਵਸਥਾ 'ਚ ਰਹਿੰਦਾ, ਅਡੋਲ ਅਵਸਥਾ 'ਚ। ਇਸ ਲਈ ਉਹਦਾ ਜੀਵਨ ਸੁਖੀ ਹੋ ਜਾਂਦਾ ਹੈ, ਸੁਹੇਲਾ ਸੁਖੀ। ਸ਼ਬਦ ਆਨੰਦ ਕਰੇ ਸਦ ਕੇਲਾ, ਸ਼ਬਦ ਭਾਵ ਨਾਮ, ਨਾਮ ਦੇ ਰਾਹੀਂ ਉਹਨੂੰ ਆਨੰਦ ਪ੍ਰਾਪਤ ਹੁੰਦਾ ਹੈ। ਕੇਲਾ ਮੈਨੇ ਖੁਸ਼ੀ, ਅਤੇ ਸਦਾ ਹੀ ਖੁਸ਼ੀਆਂ ਮਾਣਦਾ ਹੈ, ਸਦਾ ਹੀ ਆਨੰਦ ਮਾਣਦਾ ਹੈ, ਖੁਸ਼ੀਆਂ ਮਾਣਦਾ ਹੈ, ਕਿਉਂਕਿ ਸ਼ਬਦ ਰਾਹੀਂ ਉਹਨੂੰ ਇਹ ਚੀਜ਼ ਪ੍ਰਾਪਤ ਹੋ ਜਾਂਦੀ ਹੈ। ਸਹਿਜ ਗੁਫਾ ਮੈਂ ਤਾੜੀ ਲਾਈ, ਤਾੜੀ ਸਮਾਧੀ ਨੂੰ ਕਹਿੰਦੇ। ਜਦੋਂ ਮਨੁੱਖ ਸਹਿਜ ਅਵਸਥਾ, ਗੁਫਾ ਭਾਵ ਅਵਸਥਾ, ਜਦੋਂ ਸਹਿਜ ਅਵਸਥਾ 'ਚ ਮਨੁੱਖ ਪਹੁੰਚਦਾ, ਫਿਰ ਉਹਦੀ ਸਮਾਧੀ ਲੱਗ ਜਾਂਦੀ ਹੈ। ਆਸਣ ਊਂਚ ਸਵਾਰਿਆ ਜੀ, ਅਤੇ ਉਹਨੇ ਆਪਣਾ ਜਿਹੜਾ ਆਸਣ ਹੈ ਬਹੁਤ ਉੱਚੀ ਥਾਂ 'ਤੇ ਬਣਾ ਲੈਂਦਾ, ਭਾਵ ਪਰਮਾਤਮਾ ਦੇ ਚਰਨਾਂ 'ਚ ਆਪਣਾ ਆਸਣ ਬਣਾ ਲਿਆ ਹੁੰਦਾ, ਕਿਉਂਕਿ ਉਹਦੀ ਸਮਾਧੀ ਲੱਗਦੀ ਹੈ। ਉਹਦੀ ਜਿਹੜੀ ਹੈ ਆਤਮਾ, ਉਹ ਪਰਮਾਤਮਾ ਨਾਲ ਮੇਲ ਖਾਂਦੀ ਹੈ, ਇਸ ਲਈ ਬਹੁਤ ਉੱਚੀ ਅਵਸਥਾ 'ਤੇ ਚਲਿਆ ਜਾਂਦਾ ਹੈ। ਫਿਰ ਕਿਰ ਆਪਣੇ ਗ੍ਰਹਿ ਮੈਂ ਆਇਆ, ਇਹਨੂੰ ਗ੍ਰਹਿ ਨਹੀਂ ਪੜ੍ਹਨਾ, ਇਹ ਗੱਗੇ ਨੂੰ ਰਾਰੇ ਨੂੰ ਸਿਆਰੀ ਲੱਗੀ ਹੋਈ। ਅੱਖਰ ਦੇ ਹੇਠਾਂ ਪੈਰ 'ਚ ਜਿਹੜਾ ਅੱਖਰ ਹੁੰਦਾ, ਸਿਆਰੀ ਲਾਂ ਜੋ ਵੀ ਪਹਿਲੇ ਅੱਖਰ ਨੂੰ ਲੱਗੀ, ਉਹ ਜਿਹੜਾ ਪੈਰ 'ਚ ਅੱਖਰ ਹੈ ਉਹਦੇ ਨਾਲ ਬੋਲਦੀ ਹੈ। ਜਿਵੇਂ ਆਪਾਂ ਮੰਨ ਲਓ ਪ੍ਰੇਮ ਲਿਖਿਆ, ਪੱਪੇ ਦੇ ਪੈਰ 'ਚ ਰਾਰਾ, ਉੱਤੇ ਲਾਂ ਮਮਾ, ਉਹ ਪੇਰਵ ਨਹੀਂ ਹੋਏਗਾ, ਉਹ ਲਾਂ ਰਾਰੇ 'ਤੇ ਬੋਲੇਗੀ, ਪ੍ਰੇਮ। ਇਸ ਤਰ੍ਹਾਂ ਜਿਹੜਾ ਹੈ, ਇਹ ਜਿਹੜਾ ਗੱਗੇ ਦੀ ਜਿਹੜੀ ਸਿਆਰੀ ਹੈ, ਇਹ ਰਾਰੇ ਨਾਲ ਬੋਲੇਗੀ, ਤਾਂ ਬਣ ਗਿਆ ਗੱਗਾ ਰਾਰੇ ਨੂੰ ਸਿਆਰੀ ਹਾਹਾ ਗ੍ਰਹਿ। ਘਰ ਨੂੰ ਹਿੰਦੀ 'ਚ ਕੀ ਕਹਿੰਦੇ ਨੇ? ਗ੍ਰਹਿ। ਗ੍ਰਹਿ ਸ਼ਬਦ ਬਣੇ ਗ੍ਰਸਥੀ, ਫਲਾਣਾ ਬੰਦਾ ਜੀ ਗ੍ਰਸਥੀ ਹੈ, ਘਰ ਪਰਿਵਾਰ ਵਾਲਾ ਹੈ, ਸੋ ਇਹਨੂੰ ਗ੍ਰਹਿ ਪੜ੍ਹਨਾ, ਗ੍ਰਹਿ ਨਹੀਂ ਪੜ੍ਹਨਾ। ਚਾਹੇ ਹਾਹੇ ਨੂੰ ਔਂਕੜ ਲੱਗਾ ਹੋਵੇ, ਚਾਹੇ ਨਹੀਂ ਲੱਗਾ ਹੋਵੇ। ਹਾਹੇ ਨੂੰ ਔਂਕੜ ਦੀ ਇੱਕ ਵਚਨ ਬਣਾਉਣ ਕਰਕੇ ਲਾਇਆ ਹੁੰਦਾ ਹੈ। ਇੱਥੇ ਔਂਕੜ ਕਿਉਂ ਨਹੀਂ ਲੱਗਿਆ? ਕਿ ਅੱਗੇ ਮੈਂ ਆ ਗਿਆ ਸ਼ਬਦ, ਇਸ ਕਰਕੇ ਔਂਕੜ ਖਤਮ ਹੋ ਗਿਆ ਘਰ ਵਿੱਚ। ਫਿਰ ਕਿਰ ਆਪਣੇ ਗ੍ਰਹਿ ਮਹਿ ਆਇਆ, ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤ ਅਗਾਏ ਰਿਹਾ ਹੈ ਸੰਤੋ, ਗੁਰ ਅਨਪੋ ਪੁਰਖ ਦਿਖਾਰਿਆ ਜੀਓ। ਕਹਿੰਦੇ ਗੁਰੂ ਨੇ, ਰਾਰਨ ਸਾਰੇ ਗੁਰੂ ਨੇ, ਗੁਰ ਅਨਪੋ ਪੁਰਖ ਦਿਖਾਰਿਆ ਜੀਓ। ਅਨਪੋ ਪੁਰਖ ਪਰਮਾਤਮਾ ਨੂੰ ਕਹਿੰਦੇ ਨੇ। ਗੁਰੂ ਨੇ ਪਰਮਾਤਮਾ ਵਿਖਾ ਦਿੱਤਾ ਹੈ। ਜਦੋਂ ਮਨੁੱਖ ਪਰਮਾਤਮਾ ਦੇ ਦਰਸ਼ਨ ਕਰ ਲੈਂਦਾ ਹੈ, ਤ੍ਰਿਪਤ ਅਗਾਏ ਰਿਹਾ, ਉਹ ਰੱਜਿਆ ਰਹਿੰਦਾ ਹੈ, ਉਹਦਾ ਮਨ ਤ੍ਰਿਪਤ ਹੋ ਜਾਂਦਾ ਹੈ, ਉਹਦਾ ਮਨ ਸੰਸਾਰਿਕ ਪਦਾਰਥਾਂ ਵੱਲੋਂ ਰੱਜਿਆ ਰਹਿੰਦਾ ਹੈ। ਕਿਉਂ? ਜੋ ਲੜੀਂਦਾ ਸੋਈ ਪਾਇਆ, ਕਿਉਂਕਿ ਜੋ ਮਨੁੱਖ ਚਾਹੁੰਦਾ ਸੀ ਉਹ ਉਸ ਨੂੰ ਮਿਲ ਗਿਆ, ਪਰਮਾਤਮਾ ਮਿਲ ਗਿਆ ਉਸ ਨੂੰ। ਜਦੋਂ ਇਹ ਸਾਰਾ ਕੁਛ, ਫਿਰ ਕਿਰ ਆਪਣੇ ਗ੍ਰਹਿ ਮੈਂ, ਇਹ ਮਨ ਜਿਹੜਾ ਬਾਹਰ ਘੁੰਮਦਾ ਫਿਰਦਾ ਸੀ, ਇਹ ਆਪਣੇ ਘਰ 'ਚ ਆ ਗਿਆ, ਭਾਵ ਆਪਣੇ ਅਸਲੀ ਟਿਕਾਣੇ 'ਤੇ ਆ ਗਿਆ। ਉਹ ਮਨ ਜਿਹੜਾ ਘੁੰਮਦਾ ਫਿਰਦਾ ਸੀ, ਉਹ ਘੁੰਮ ਫਿਰ ਕੇ ਆਪਣੇ ਘਰ 'ਚ ਆ ਗਿਆ ਹੈ। ਕਿਉਂ? ਹੁਣ ਤਾਂ ਸਾਡਾ ਮਨ ਕਦੇ ਕਿਤੇ ਫਿਰੀ ਜਾਂਦਾ, ਕਦੇ ਕਿਤੇ ਫਿਰਦਾ, ਅੰਦਰ ਨਹੀਂ ਰਹਿੰਦਾ। ਮਨ ਸਾਡੇ ਸਰੀਰ 'ਚ ਨਹੀਂ ਰਹਿੰਦਾ, ਬਾਹਰ ਫਿਰਦਾ ਰਹਿੰਦਾ ਹੈ। ਬੈਠੇ ਅਸੀਂ ਗੁਰਦੁਆਰੇ ਹੁੰਦੇ ਹਾਂ, ਮਨ ਜਿਹੜਾ ਸੰਸਾਰਿਕ ਕੰਮ ਬਾਰੇ ਸੋਚ ਰਿਹਾ ਹੁੰਦਾ ਹੈ।
ਉਹੀ ਮਨ ਜਿਹੜਾ ਬਾਹਰ ਗੇੜੇ ਲਾਉਂਦਾ ਸੀ ਉਹ ਘੁੰਮ ਫਿਰ ਕੇ ਹੁਣ ਆਪਣੇ ਅਸਲੀ ਥਾਂ 'ਤੇ ਆ ਗਿਆ ਹੈ। ਉਹ ਹਿਰਦੇ ਦੇ ਵਿੱਚ ਰਹਿਣ ਲੱਗ ਪਿਆ ਹੈ, ਕਿਉਂਕਿ ਜਿਹੜਾ ਰੱਬ ਚਾਹੀਦਾ ਸੀ ਜੋ ਸੋਈ ਪਿਆ, ਉਹ ਰੱਬ ਮਿਲ ਪਿਆ ਹੈ। ਰੱਬ ਮਿਲ ਪਿਆ ਹੈ ਕਿਉਂਕਿ ਗੁਰੂ ਨੇ ਪਰਮਾਤਮਾ ਦਿਖਾ ਦਿੱਤਾ ਹੈ, ਇਸ ਲਈ ਮਨ ਹੁਣ ਤ੍ਰਿਪਤ ਰਹਿੰਦਾ ਹੈ, ਹੁਣ ਅਗਾਏ ਰਜਿਆ ਰਹਿੰਦਾ ਹੈ। ਮਨ ਸੰਤੁਸ਼ਟ ਹੋ ਗਿਆ, ਮਨ ਸੰਸਾਰਿਕ ਪਦਾਰਥਾਂ ਵੱਲੋਂ ਰਜਿਆ ਹੋਇਆ ਹੈ। ਆਪੇ ਰਾਜਨ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ, ਆਪੇ ਤਖਤ ਬਹਿ ਸੱਚ ਨਿਆਈ। ਇਹਨੂੰ ਨਿਆਈ ਪੜ੍ਹਨਾ, ਨਿਆਈ ਹੁੰਦਾ ਨਿਆਂ ਕਰਨ ਵਾਲਾ। ਜਿਵੇਂ ਜੱਜ ਨਿਆਂ ਕਰਦੇ ਨੇ, ਪਰਮਾਤਮਾ ਵੀ ਨਿਆਂ ਕਰਦਾ। ਸਾਡੇ ਨਾਲ ਜੋ ਬੀਤਦਾ ਹੈ ਅਸੀਂ ਸਮਝਦੇ ਹਾਂ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ। ਨਹੀਂ, ਪਰਮਾਤਮਾ ਨਿਆਂ ਕਰ ਰਿਹਾ ਹੈ। ਸਾਡੇ ਕਰਮ ਐਸੇ ਸਨ ਜਿਸ ਕਰਕੇ ਸਾਡੀ ਦੁੱਖ ਮੁਸੀਬਤਾਂ ਆ ਰਹੀਆਂ ਨੇ। ਪਰਮਾਤਮਾ ਤੇ ਇਨਸਾਫ ਕਰਦਾ ਹੈ, ਉਹ ਕਿਸੇ ਤਰਫਦਾਰੀ ਨਹੀਂ ਕਰਦਾ। ਉਹ ਸਾਡੇ ਕਰਮਾਂ ਨੂੰ ਵੇਖਦਾ ਅਤੇ ਉਹਦੇ ਅਨੁਸਾਰ ਫੈਸਲੇ ਕਰਦਾ। ਇਸ ਲਈ ਕਹਿੰਦੇ ਆਪੇ ਤਖਤ ਬਹਿ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ। ਗੁਰੂ ਮਾ ਕਹਿੰਦੇ ਆਪੇ ਰਾਜਨ ਆਪੇ ਲੋਗਾ। ਪਰਮਾਤਮਾ ਆਪ ਹੀ ਰਾਜਾ, ਲੋਗਾ ਆਪ ਹੀ ਪ੍ਰਜਾ। ਇੱਕ ਰਾਜਾ ਹੁੰਦਾ ਹੈ, ਦੂਜੀ ਪ੍ਰਜਾ ਹੁੰਦੀ। ਹੁਣ ਸਾਡਾ ਜਿਹੜਾ ਰਾਜਾ ਹੈ ਉਹ ਬੰਗਾਲ 'ਚ ਹਾਰ ਗਿਆ ਹੈ। ਸਾਰਾ ਜ਼ੋਰ ਲਾ ਲਿਆ ਉਹਨਾਂ ਨੇ, ਸਰਕਾਰ ਨੇ, ਕੇਂਦਰੀ ਸਰਕਾਰ, ਵੀ ਮਮਤਾ ਨੂੰ ਕਿਸੇ ਤਰ੍ਹਾਂ ਵੀ ਹਰਾਉਣਾ ਹੈ। ਸਾਰੇ ਲੋਕਾਂ ਨੇ ਜਿਹੜਾ ਹੈ ਅੱਜ ਬੇਅੰਤ ਲੋਕਾਂ ਨੇ ਖੁਸ਼ੀ ਮਨਾਈ ਹੋਣੀ ਵੀ ਸ਼ੁਕਰ ਹੈ ਹਾਰੇ ਨੇ ਲੋਕ। ਸਿਰਫ ਪਾਰਟੀ ਨੂੰ ਛੱਡ ਕੇ ਕਿ ਉਹਨਾਂ ਤਾਂ ਫਿਰ ਕਰਨਾ ਹੀ ਹੁੰਦਾ ਨੇ। ਸੋ ਕਿਉਂ ਇਹ ਲੋਕ ਹਾਰ ਗਏ? ਕਿਉਂਕਿ ਨਿਆਂ ਨਹੀਂ ਕਰਦੇ, ਆਪਣੀ ਮਨਮਰਜ਼ੀ ਕਰਦੇ ਨੇ। ਜਿੱਥੇ ਮਨਮਰਜ਼ੀ ਰਾਜਾ ਕਰੇਗਾ ਉੱਥੇ ਅਨਿਆਂ ਪ੍ਰਜਾ ਨਾਲ ਹੋਏਗਾ ਹੀ ਹੋਏਗਾ। ਹੁਣ ਪ੍ਰਜਾ ਉਂਝ ਦੇ ਕੋਈ ਕੁੱਟਮਾਰ ਕਰ ਨਹੀਂ ਸਕਦੀ, ਉਹ ਉਡੀਕਦੇ ਰਹੇ ਆਉਣ ਦੇ ਇਲੈਕਸ਼ਨਾਂ, ਫਿਰ ਦੱਸਾਂਗੇ ਇਹਨਾਂ ਨੂੰ। ਉਹ ਹਰਾ ਦਿੰਦੇ ਨੇ। ਜੇ ਨਿਆਂ ਕਰਨ ਤਾਂ ਫਿਰ ਚੱਲੀ ਜਾਂਦੇ ਰਾਜ। ਸੋ ਗੁਰੂ ਮਹਾਰਾਜ ਕਹਿੰਦੇ ਆਪੇ ਰਾਜਨ ਆਪੇ ਲੋਗਾ। ਪਰਮਾਤਮਾ ਆਪ ਹੀ ਰਾਜਾ ਹੈ, ਆਪ ਹੀ ਪ੍ਰਜਾ। ਆਪ ਨਿਰਵਾਣੀ ਆਪੇ ਭੋਗਾ। ਨਿਰਵਾਣੀ ਹੁੰਦਾ ਨਿਰਲੇਪ, ਆਪੇ ਭੋਗਾ, ਕਿਉਂਕਿ ਹਰ ਇੱਕ ਦੇ ਵਿੱਚ ਪਰਮਾਤਮਾ ਵਸਦਾ ਹੈ। ਉਹ ਵਿੱਚ ਬੈਠਾ ਭੋਗ ਵੀ ਭੋਗਦਾ ਹੈ। ਜੋ ਆਪਾਂ ਖਾਂਦੇ ਪੀਂਦੇ ਹਾਂ, ਜੋ ਆਪਾਂ ਕਰਦੇ ਹਾਂ, ਉਹ ਵੀ ਉਹੀ ਸਿਰ ਕਰ ਰਿਹਾ ਕਿ ਉਹ ਸਾਡੇ ਵਿੱਚ ਬੈਠਾ ਹੈ। ਉਂਝ ਨਿਰਲੇਪ ਵੀ ਹੈ, ਸਾਡੇ ਵਿੱਚ ਬੈਠਾ ਹੋਇਆ ਉਹ ਲਿਪਤ ਹੈ, ਪਰ ਆਪ ਅਲੱਗ ਹੋਣ ਕਰਕੇ ਨਿਰਲੇਪ ਹੈ। ਉਹ ਨਿਰਵਾਣੀ ਵੀ ਹੈ, ਉਹ ਭੋਗਾ ਵੀ ਹੈ, ਭੋਗ ਭੋਗਣ ਵਾਲਾ ਵੀ ਹੈ। ਉਹ ਆਪ ਹੀ ਰਾਜਾ ਹੈ, ਆਪ ਹੀ ਪ੍ਰਜਾ, ਕਿ ਪ੍ਰਜਾ ਦੇ ਵਿੱਚ ਵੀ ਉਹੀ ਬੈਠਾ। ਆਪੇ ਤਖਤ ਬਹਿ ਸੱਚ ਨਿਆਈ। ਸੱਚ ਅਨੁਸਾਰ ਨਿਆਂ ਕਰਨ ਵਾਲਾ ਆਪ ਤਖਤ 'ਤੇ ਬੈਠਾ। ਸਭ ਚੂਕੀ ਕੂਕ ਪੁਕਾਰਿਆ ਜੀਓ। ਹੁਣ ਜਿਹੜੇ ਮਨ ਦੀ ਕੂਕ ਪੁਕਾਰ ਸੀ ਉਹ ਖਤਮ ਹੋ ਗਈ। ਵਿਸ਼ਵਾਸ ਹੋ ਗਿਆ ਹੈ ਕਿ ਸਭ ਉਹੀ ਹੈ, ਸਭ ਉਹੀ ਕਰ ਰਿਹਾ, ਉਹੀ ਸਾਡੇ 'ਚ ਬੈਠਾ, ਸਾਡੇ ਤੋਂ ਕਰਾ ਰਿਹਾ ਹੈ। ਇਸ ਲਈ ਜਿਹੜੇ ਹਾਲ ਪਾ ਰਿਹਾ ਸੀ, ਕੂਕ ਪੁਕਾਰ ਸੀ, ਉਹ ਖਤਮ ਹੋ ਗਈ। ਫਿਰ ਸਮਝ ਆਉਂਦੀ ਹੈ ਕਿ ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ। ਇਹ ਗੱਲ ਹੈ ਨਾ, ਬਹੁਤ ਜਦੋਂ ਸਾਡੀ ਸੋਚ ਉੱਚੀ ਚਲੀ ਜਾਂਦੀ ਹੈ, ਸਾਨੂੰ ਪਰਮਾਤਮਾ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ, ਫਿਰ ਸਾਨੂੰ ਪਤਾ ਲੱਗਦਾ ਕਿ ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ।
ਹੁਣ ਕੁਝ ਦੀਆਂ ਨਜ਼ਰਾਂ 'ਚ ਤਾਂ ਬੰਗਾਲ ਦੇ ਵਿੱਚ ਜਨਤਾ ਪਾਰਟੀ ਦਾ ਹਾਰਨਾ ਗਲਤ ਹੈ, ਕੁਝ ਲਈ ਠੀਕ ਹੈ। ਜਿਹੜੇ ਸਪੋਰਟਰ ਲਈ ਉਹਨਾਂ ਲਈ ਗਲਤ ਹੋ ਗਿਆ, ਦੂਜੇ ਲਈ ਠੀਕ ਹੋ ਗਿਆ। ਇਸ ਲਈ ਅਜੇ ਦੋ ਵਿਚਾਰ ਨੇ। ਜਦੋਂ ਸਾਡੀ ਅਵਸਥਾ ਉੱਚੀ ਹੋ ਜਾਏਗੀ ਫਿਰ ਸਾਨੂੰ ਵਿਸ਼ਵਾਸ ਹੋ ਜਾਏਗਾ ਕਿ ਜੋ ਹੋਇਆ ਉਹ ਠੀਕ ਹੋਇਆ। ਨਾਲੇ ਜੋ ਹੋਣੇ ਉਹ ਤਾਂ ਪਹਿਲੇ ਹੀ ਲਿਖਿਆ ਹੁੰਦਾ। ਸਾਡੀ ਸਾਰਿਆਂ ਦੀ ਜ਼ਿੰਦਗੀ ਦੇਖੋ, ਜਦੋਂ 6ਵੇਂ ਪਾਤਸ਼ਾਹ 1621 ਦੇ ਵਿੱਚ 9ਵੇਂ ਪਾਤਸ਼ਾਹ ਜਦੋਂ 1621 ਈਸਵੀ ਦੇ ਵਿੱਚ 6ਵੇਂ ਪਾਤਸ਼ਾਹ ਦੇ ਘਰ ਪ੍ਰਕਾਸ਼ ਕੀਤਾ ਤਾਂ ਉਹਨਾਂ ਨੂੰ ਬੱਚੇ ਦਰਸ਼ਨ ਕਰਾ ਕੇ 6ਵੇਂ ਪਾਤਸ਼ਾਹ ਨੂੰ ਉਹਨਾਂ ਜਦ ਬੱਚੇ ਦੇ ਮੱਥੇ ਵੱਲ ਵੇਖਿਆ, ਗੁਰੂ ਤੇਗ ਬਹਾਦਰ ਦੇ ਮੱਥੇ ਵੱਲ ਵੇਖਿਆ ਤਾਂ 6ਵੇਂ ਪਾਤਸ਼ਾਹ ਕਹਿੰਦੇ ਮੇਰਾ ਪੁੱਤਰ ਬੜਾ ਵੱਡਾ ਸੰਤ ਹੋਵੇਗਾ, ਇਹ ਬਹੁਤ ਵੱਡਾ ਯੋਧਾ ਹੋਵੇਗਾ, ਇਹ ਹਿੰਦੂ ਧਰਮ ਦਾ ਰੱਖਿਅਕ ਹੋਵੇਗਾ। ਦੇਖੋ ਇਹ ਤਾਂ ਪਹਿਲੇ ਲਿਖੀ ਹੈ, ਇਸ ਦਾ ਮਤਲਬ ਪਹਿਲੇ ਲਿਖਿਆ ਹੋਇਆ ਹੈ। ਉਹਨਾਂ ਜੋ ਲਿਖਿਆ ਉਹਨੂੰ ਪੜ੍ਹ ਕੇ ਦੱਸਦਾ ਸੀ ਵੀ ਐਂ ਹੋਏਗਾ। ਇਹ ਭਾਈ ਜੋ ਹੋਣੇ ਉਹ ਪਹਿਲਾਂ ਹੀ ਲਿਖਿਆ ਹੁੰਦਾ ਹੈ। ਧਰਮ ਤੇ ਕਹਿੰਦਾ ਚਾਰਾਂ ਯੁੱਗਾਂ ਦੇ ਪਹਿਲੇ ਲਿਖਿਆ ਹੋਇਆ। ਹੁਣ ਦੇਖੋ ਜਦੋਂ ਪੰਚਮ ਪਾਤਸ਼ਾਹ ਸੰਤੋਖ ਸਰ ਸਰੋਵਰ ਦੀ ਖੁਦਾਈ ਕਰਾ ਰਹੇ ਨੇ ਅੰਮ੍ਰਿਤਸਰ, ਇੱਕ ਉਹਦੇ ਵਿੱਚੋਂ ਜੋਗੀ ਨਿਕਲਿਆ। ਜੋਗੀ ਨੇ ਪੁੱਛਿਆ ਵੀ ਤੂੰ ਇੱਥੇ ਕਦੋਂ ਦਾ ਬੈਠਾ ਹੈ? ਕਹਿੰਦਾ ਮੈਂ ਦੁਆਪਰ ਯੁੱਗ ਦਾ ਬੈਠਾ। ਕਿਉਂ ਬੈਠਾ? ਕਹਿੰਦਾ ਮੇਰੇ ਤੋਂ ਆਪਣੇ ਗੁਰੂ ਦੇ ਅੱਗੇ ਵੱਧ ਘੱਟ ਬੋਲਿਆ ਗਿਆ, ਅਵੱਗਿਆ ਹੋ ਗਈ, ਗੁਰੂ ਨੇ ਮੈਨੂੰ ਸ਼ਰਾਪ ਦਿੱਤਾ। ਮੈਂ ਕਹਿੰਦਾ ਬੜੇ ਉਹਨਾਂ ਦੇ ਤਰਲੇ ਕੀਤੇ ਵੀ ਕਿਰਪਾ ਕਰੋ ਮੈਨੂੰ ਮਾਫ਼ ਕਰ ਦਿਓ, ਗਲਤੀ ਹੋ ਗਈ। ਕਹਿੰਦੇ ਹੁਣ ਤਾਂ ਮੈਂ ਸ਼ਰਾਪ ਦਿੱਤਾ, ਕਾਲਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਉਣਗੇ, ਉਹ ਮੇਰੇ ਸ਼ਰਾਪ ਤੋਂ ਤੈਨੂੰ ਮੁਕਤ ਕਰਾਉਣਗੇ। ਕਹਿੰਦੇ ਮੈਂ ਦੁਆਪਰ ਯੁੱਗ ਦਾ ਬੈਠਾ। ਇਹਦਾ ਮਤਲਬ ਉਹਦੇ ਗੁਰੂ ਨੂੰ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਕਲਯੁੱਗ 'ਚ ਹੋਣਗੇ। ਦੇਖੋ ਇਹਦੇ ਮਤਲਬ ਪਹਿਲਾਂ ਹੀ ਸੰਸਾਰ ਦਾ ਲਿਖਿਆ ਹੋਇਆ ਕੀ ਹੋਣਾ ਕੀ ਨਹੀਂ ਹੋਣਾ। ਇਹ ਤਾਂ ਪਹਿਲਾਂ ਸਾਨੂੰ ਕਿਉਂਕਿ ਪਤਾ ਨਹੀਂ ਹੈ, ਇਸ ਲਈ ਅਸੀਂ ਕੱਲ੍ਹ ਲਈ ਚਿੰਤਤ ਰਹਿੰਦੇ ਵੀ ਕੱਲ੍ਹ ਸਾਡੇ ਨਾਲ ਕੀ ਹੋਵੇਗਾ, ਸਾਨੂੰ ਪਤਾ ਨਹੀਂ ਹੈ। ਹੁਣ ਉਹੀ ਹੈ ਜੋ ਲਿਖ ਦਿੱਤਾ ਗਿਆ ਹੈ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਜੋ ਮੈਨੇ ਜੇ ਨਵੇਂ ਪਾਤਸ਼ਾਹ ਚਿੰਤਾ ਦੇ ਤਾਂ ਕਰੋ ਜੇ ਅਨਹੋਣੀ ਹੋਵੇ। ਅਨਹੋਣੀ ਤਾਂ ਹੋਣੀ ਨਹੀਂ, ਜੋ ਹੋਣੇ ਉਹ ਹੋ ਕੇ ਰਹਿਣਾ ਹੈ, ਉਹ ਹੋ ਕੇ ਰਹਿਣਾ। ਸਭ ਦੀ ਜ਼ਿੰਦਗੀ ਪਹਿਲਾਂ ਹੀ ਲਿਖੀ ਹੋਈ ਹੈ। ਆਹ ਜੋਤਸ਼ੀ ਨੇ ਜਿਹੜੇ ਸਿਆਣੇ ਨੇ ਉਹ ਪੜ੍ਹ ਕੇ ਦੱਸਦੇ ਵੀ ਹਾਂ ਭਾਈ ਕੋਈ ਸੰਤ ਮਹਾਤਮਾ ਹੈ ਉਹ ਪਿਛਲੇ ਜਨਮਾਂ ਦਾ ਵੀ ਦੱਸ ਦਿੰਦਾ ਹੈ ਕਿ ਤੂੰ ਪਿਛਲੇ ਜਿਵੇਂ ਸੰਤ ਸੀਤਲ ਸਿੰਘ ਜੀ ਮੈਨੂੰ ਕਹਿੰਦੇ ਭਾਈ ਮੈਂ ਪਿੱਛੇ 500 ਸਾਲਾਂ ਤੱਕ ਵੇਖ ਸਕਦਾ ਹਾਂ। ਉਹਨਾਂ ਮੈਨੂੰ ਕਈ ਜਨਮ ਦੱਸੇ, ਤੂੰ ਫਲਾਣੇ ਜਨਮ 'ਚ ਆ ਸੀ, ਤੂੰ ਫਲਾਣੇ 'ਚ ਆ ਸੀ, ਤੂੰ ਫਲਾਣੇ 'ਚ ਆ ਸੀ। ਜੋਤਸ਼ੀ ਜਿਹੜਾ ਹੈ ਪਿਛਲੇ ਜਨਮਾਂ ਬਾਰੇ ਨਹੀਂ ਦੱਸ ਸਕਦਾ, ਉਹ ਇਸ ਜਨਮ ਬਾਰੇ ਦੱਸ ਸਕਦਾ ਹੈ ਅਗਰ ਉਹਨੂੰ ਵਾਕਈ ਜੋਤਿਸ਼ ਵਿੱਦਿਆ ਆਉਂਦੀ ਹੈ। ਕਿਉਂਕਿ ਜੋਤਿਸ਼ ਜਿਹੜਾ ਹੈ ਇਹ ਕਿਸਮਤ 'ਤੇ ਖੜ੍ਹਾ ਹੈ। ਮੰਨ ਲਓ ਪਰਮਾਤਮਾ ਨੇ ਸਾਡੀ ਕਿਸਮਤ ਹੀ ਨਹੀਂ ਲਿਖੀ ਤਾਂ ਫਿਰ ਉਹ ਜੋਤਿਸ਼ ਕਾਹਦਾ ਲਾਵੇਗਾ। ਸਾਡੀ ਕਿਸਮਤ ਜਾਂ ਤਾਂ ਮੱਥੇ 'ਤੇ ਲਿਖੀ ਹੁੰਦੀ ਹੈ, ਜਾਂ ਹੱਥਾਂ 'ਤੇ ਲਿਖੀ ਜਾਂਦੀ ਹੈ, ਜਾਂ ਪੈਰਾਂ ਦੀ ਤਲੀਆਂ 'ਤੇ ਲਿਖੀ ਹੁੰਦੀ ਹੈ। ਕੁਝ ਜੋਤਸ਼ੀ ਹਸਤ ਰੇਖਾ ਵਾਲੇ ਹੁੰਦੇ, ਹੱਥ ਦੀਆਂ ਰੇਖਾਵਾਂ ਨੂੰ ਵੇਖ ਕੇ ਦੱਸਦੇ। ਕੁਝ ਜੋਤਸ਼ੀ ਫੇਸ ਰੀਡਰ ਹੁੰਦੇ ਨੇ, ਚਿਹਰੇ ਵੱਲ ਵੇਖ ਕੇ ਦੱਸੀ ਜਾਣਗੇ। ਕੁਝ ਜੋਤਸ਼ੀ ਪੱਤਰੀ ਵੇਖ ਕੇ ਦੱਸਦੇ। ਹਾਂ ਉਹਨਾਂ ਦੀ ਵਿੱਦਿਆ 'ਚ ਫਰਕ ਹੁੰਦਾ ਹੈ। ਜਿਵੇਂ ਇੱਕ ਪ੍ਰਾਇਮਰੀ ਟੀਚਰ ਹੈ, ਇੱਕ ਹਾਈ ਸਕੂਲ ਦਾ ਟੀਚਰ ਹੈ, ਇੱਕ ਕਾਲਜ ਦਾ ਟੀਚਰ ਹੈ, ਇੱਕ ਯੂਨੀਵਰਸਿਟੀ ਦਾ ਟੀਚਰ ਹੈ। ਚਾਰਾਂ ਦੇ ਗਿਆਨ 'ਚ ਫਰਕ ਹੋਵੇਗਾ। ਇਸ ਲਈ ਇਹਨਾਂ ਲੋਕਾਂ ਦੇ ਵੀ ਗਿਆਨ 'ਚ ਫਰਕ ਹੁੰਦਾ, ਬਸ ਇੰਨਾ।
ਕਿਸੇ ਨੂੰ ਠੀਕ ਰੀਡਿੰਗ ਆਉਂਦੀ ਹੈ, ਕਿਸੇ ਦੀ ਰੀਡਿੰਗ ਨਹੀਂ ਠੀਕ ਹੁੰਦੀ। ਉਂਝ ਹਰ ਮਨੁੱਖ ਦੀ ਪਹਿਲੇ ਹੀ ਸਭ ਕਿਸਮਤ ਲਿਖੀ ਹੁੰਦੀ ਹੈ। ਤੁਹਾਡੇ ਭਾਗਾਂ 'ਚ ਲਿਖਿਆ ਹੋਇਆ ਕਿ ਪਾਪਾ ਸਤਸੰਗ ਕਰਾਂਗੇ। ਮੇਰੇ ਭਾਗਾਂ 'ਚ ਲਿਖਿਆ ਭਾਈ ਤੂੰ ਸੰਥਿਆ ਦੇਵੇਂਗਾ, ਕਥਾ ਕਰੇਂਗਾ, ਲਿਖਿਆ ਹੁੰਦਾ ਹੈ। ਪਰਮਾਤਮਾ ਨੇ ਜੋ ਲਿਖ ਦਿੱਤਾ ਹੈ, ਫਿਰ ਉਹਦੇ ਅਨੁਸਾਰ ਪਰਮਾਤਮਾ ਮਨੁੱਖ ਨੂੰ ਤਿਆਰ ਵੀ ਕਰਦਾ। ਪਰਮਾਤਮਾ ਨੇ ਇੱਕ ਬੱਚੇ ਦੇ ਭਾਗਾਂ 'ਚ ਲਿਖ ਦਿੱਤਾ ਤਾਂ ਬਹੁਤ ਵੱਡਾ ਪਲੇਅਰ ਬਣੇਗਾ ਪਰ ਕਿਸੇ ਗੇਮ ਦਾ। ਉਹਨੂੰ ਦਾਖਲਾ ਹੀ ਉਸ ਸਕੂਲ 'ਚ ਮਿਲਣਾ ਜਿੱਥੇ ਉਸ ਖੇਡ ਦਾ ਪ੍ਰਬੰਧ ਹੈ। ਕਈ ਸਕੂਲਾਂ ਕਈ ਖੇਡਾਂ ਦਾ ਪ੍ਰਬੰਧ ਨਹੀਂ ਹੁੰਦਾ, ਉੱਥੇ ਪ੍ਰਬੰਧ ਹੋਊਗਾ, ਫਿਰ ਉਹਦੀ ਰੁਚੀ ਪੈਦਾ ਕਰਦਾ ਪਰਮਾਤਮਾ, ਕਿਉਂਕਿ ਕਿਸਮਤ 'ਚ ਲਿਖਿਆ ਹੋਇਆ ਹੈ। ਉਹਦੀ ਉਸ ਤਰ੍ਹਾਂ ਰੁਚੀ ਹੋ ਜਾਂਦੀ ਹੈ, ਉਸੇ ਖੇਡ ਵੱਲ ਜਾਂਦੇ। ਕੋਈ ਵਿਦਿਆਰਥੀ ਵਾਲੀਬਾਲ ਜਾਂ ਪਾਸੇ ਜਾਂਦਾ, ਕੋਈ ਫੁੱਟਬਾਲ ਪਾਸੇ, ਕੋਈ ਕ੍ਰਿਕਟ ਵਾਲੇ ਪਾਸੇ, ਕੋਈ ਕਬੱਡੀ ਵਾਲੇ ਪਾਸੇ, ਕੋਈ ਖੋ ਖੋ, ਕੋਈ ਹੋਰ ਜਿਹੜੀਆਂ ਖੇਡਾਂ ਨੇ। ਉਹਦੀ ਕਿਸਮਤ 'ਚ ਲਿਖਿਆ, ਇਸ ਲਈ ਉਹਦੀ ਰੁਚੀ ਉਧਰ ਨੂੰ ਹੁੰਦੀ ਹੈ, ਉਹਦੀ ਰੁਚੀ ਉਸ ਤਰ੍ਹਾਂ ਦੀ। ਸਾਡੀ ਕਿਸਮਤ ਸਤਸੰਗ ਕਰਨ ਲਿਖਿਆ, ਬਾਣੀ ਪੜ੍ਹਨ ਲਿਖਿਆ, ਨਾਮ ਜਪਣਾ ਲਿਖਿਆ, ਇਸ ਲਈ ਅਸੀਂ ਕਰਦੇ ਹਾਂ। ਹੋਰ ਸਮਝਾਇਆ ਨਹੀਂ ਕੋਈ ਮੰਨਦਾ ਹੈਗਾ। ਜਿਹਦੇ ਭਾਗਾਂ 'ਚ ਬਾਣੀ ਪੜ੍ਹਨੀ ਨਹੀਂ ਨਾ ਲਿਖੀ, ਉਹਨੇ ਗੁਆਂਢ 'ਚੋਂ ਵੀ ਉੱਠ ਕੇ ਨਹੀਂ ਆਉਣਾ। ਅਤੇ ਜਿਹਦੇ ਭਾਗਾਂ 'ਚ ਲਿਖੀ ਹੋਈ ਹੈ, ਜਿਵੇਂ ਇੱਕ ਬੰਦਾ ਸੀ, ਮੈਂ ਉੱਥੇ ਮਹਾਂਪੁਰਖਾਂ ਕੋਲ ਬੈਠਾ ਅਲੌਰਾ ਸਾਹਿਬ, ਜਦੋਂ ਉਹ ਜਿਉਂਦੇ ਸਨ, ਕਿਉਂਕਿ 2003 ਦੇ ਵਿੱਚ ਅਲੌਰਾ ਵਾਲਿਆਂ ਨੇ ਸੰਤ ਸਰੀਰ ਤਿਆਗਤਾ ਸੀ। ਇਹ ਉਦੋਂ ਪਹਿਲਾਂ ਦੀ ਗੱਲ ਹੈ। ਮੈਂ ਇੱਥੇ ਸੰਥਿਆ ਦੇ ਮੈਂ ਬੈਠਾ, ਇੱਕ ਬੰਦਾ ਆ ਗਿਆ, ਉਹਨੂੰ ਆਉਂਦੇ ਹੀ ਕਹਿੰਦੇ ਤੂੰ ਸੰਥਿਆ ਲੈ ਲਾ। ਕਿਹਾ ਮਾਸਟਰ ਜੀ ਬੈਠੇ ਨੇ, ਸੰਥਿਆ ਲੈ ਲਾ, ਤੂੰ ਪਟਿਆਲੇ ਦਾ ਹੀ ਹੈ। ਉਹ ਕਹੇ ਜੀ ਮੇਰੇ ਤਾਂ ਗੋਡੇ ਖਰਾਬ ਨੇ, ਚੌਂਕੜੀ ਨਹੀਂ ਮਾਰ ਹੁੰਦੀ। ਕਹਿੰਦੇ ਖੜ੍ਹ ਕੇ ਲੈ ਲਾ ਸੰਥਿਆ। ਦੇਖੋ ਜਾਣਦੇ ਨੇ। ਹਾਂ, ਮੈਨੂੰ ਕਹਿੰਦੇ ਮਾਸਟਰ ਜੀ ਇੱਕ ਸਟੂਲ ਉੱਚਾ ਬਣਾ ਲਓ, ਹੈਂ, ਅਤੇ ਉਸ 'ਤੇ ਕੱਪੜਾ ਵਿਛਾ ਦਿਆ ਕਰੋ, ਇਹ ਉਹ ਸਟੂਲ ਦੇ ਉੱਤੇ ਪੋਥੀ ਰੱਖ ਕੇ ਇਹ ਖਲੋ ਕੇ ਪੜ੍ਹ ਸਿੱਖੇਗਾ। ਸਿੱਖਿਆ ਉਸਨੇ, ਖਲੋ ਕੇ 5.5 ਮਹੀਨੇ ਸਿੱਖਿਆ। ਅਗਲੇ ਨੇ ਸਿੱਖਣਾ ਸੀ, ਉਹਨੇ ਕੋਈ ਅਜੇ ਗੱਲ ਹੀ, ਉਹ ਮੈਂ ਬੈਠਾ, ਉਹ ਆਇਆ, ਮੱਥਾ ਟੇਕਿਆ ਉਹਨੇ। ਮਹਾਂਪੁਰ ਕਹਿੰਦੇ ਤੂੰ ਸੰਥਿਆ ਲੈ ਲਾ। ਤਾਂ ਮਾਸਟਰ ਬੈਠੇ ਨੇ, ਸੰਥਿਆ ਲੈ ਲਾ ਤੂੰ। ਉਹਨੇ ਕਿਹਾ ਮੇਰੇ ਗੋਡੇ ਨਹੀਂ ਕੰਮ, ਚੌਕ ਕਹਿੰਦੇ ਖੜਾ ਹੋ ਕੇ ਲੈ ਲਾ। ਇੱਕ ਹੋਰ ਬੀਬੀ ਆ ਗਈ, ਉਹ ਜਿਹੜਾ ਹੈ ਫੌਜੀਆਂ ਦਾ ਅੱਡਾ, ਉਹ 'ਤੇ ਹੋਣੀ, ਉਹ ਆ ਗਈ। ਕਹਿੰਦੇ ਬੀਬਾ ਤੁਸੀਂ ਸੰਥਿਆ ਲਓ। ਕਹਿੰਦੇ ਜੀ ਮੈਨੂੰ ਤਾਂ ਕੋਈ ਸਕੂਟਰ ਸਾਈਕਲ ਕੁਛ ਚਲਾਉਣਾ ਨਹੀਂ ਆਉਂਦਾ, ਅਤੇ ਕਈ ਕਿਲੋਮੀਟਰ ਦੂਰ ਹੈਗਾ। ਕਹਿੰਦੇ 3 ਵੀਲਰ 'ਤੇ ਜਾਇਆ ਕਰ। ਸੰਥਿਆ ਲੈ। ਉਹ ਇਕੱਲੀ ਹੀ 3 ਵੀਲਰ 'ਤੇ ਉੱਥੋਂ ਆਉਂਦੀ ਸੀ, ਇੱਥੇ ਘੰਟਾ 3 ਵੀਲਰ ਖੜ੍ਹਾ ਰਹਿੰਦਾ ਸੀ, ਉਹਨੂੰ ਲੈ ਕੇ ਜਾਂਦਾ। 600 ਰੁਪਏ ਮਹੀਨਾ ਉਸ ਜ਼ਮਾਨੇ 'ਚ ਦਿਆ ਕਰਦੀ ਸੀ। 5.5 ਮਹੀਨੇ ਆਉਂਦੀ ਰਹੇ। ਉਹਦੇ ਭਾਗਾ ਸੀ, ਉਹਨਾਂ ਨੇ ਕਹਿਤਾ, ਉਹਨੇ ਸੰਥਿਆ ਲੈ ਲਈ। ਨਾ ਭਾਗਾ ਜਿਹਦੀ ਉਹਨੇ ਕਹਿਣੀ ਨਹੀਂ ਸੀ, ਉਹਨੇ ਕਹਿਣੀ ਨਹੀਂ ਸੀ ਇਹਦੇ ਭਾਗਾ, ਛੱਡੋ ਇਹਨੂੰ ਫਿਰ। ਸੋ ਇਸ ਲਈ ਜਦੋਂ ਗਿਆਨ ਹੋ ਜਾਂਦਾ ਕਿ ਪਰਮਾਤਮਾ ਨਿਆਈ ਹੈ, ਪਰਮਾਤਮਾ ਨਿਆਂ ਕਰਨ ਵਾਲਾ ਹੈ, ਸਾਡੇ ਕਰਮਾਂ ਦਾ ਫੈਸਲਾ ਪਰਮਾਤਮਾ ਨੇ ਕਰਨਾ ਹੈ। ਅੱਗੇ ਸਾਨੂੰ ਉਹਦਾ ਇਨਾਮ ਦੇਣਾ, ਸਜ਼ਾ ਦੇਣੀ ਹੈ, ਕੀ ਕਰਨਾ ਹੈ, ਉਹਨੇ ਨਿਆਂ ਕਰਨਾ। ਜਦੋਂ ਕਹਿੰਦੇ ਗਿਆਨ ਹੋ ਗਿਆ ਕਿ ਪਰਮਾਤਮਾ ਕਿਸੇ ਨਾਲ ਅਨਿਆਂ ਕਰਦੇ ਹੀ ਨਹੀਂ ਹੈ, ਉਹ ਤਾਂ ਨਿਆਈ ਹੈ, ਉਹ ਤਾਂ ਨਿਆਂ ਕਰਨ ਵਾਲਾ ਹੈ, ਬੰਦਾ ਨਿਸ਼ਚਿੰਤ ਹੋ ਜਾਂਦਾ ਵੀ ਹਾਂ ਠੀਕ ਹੈ, ਪਰਮਾਤਮਾ ਜੋ ਕਰੇਗਾ ਵੀ ਠੀਕ ਹੈ, ਭੋਗ ਲਾਂਗੇ ਭਾਈ ਉਸ ਨੂੰ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਜੇਹਾ ਡਿਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਉ। ਜਿਹਾ ਡਿਠਾ ਮੈਂ ਤੇਹੋ ਕਿਹਾ, ਮੈਂ ਜਿਹੋ ਜਿਹਾ ਪਰਮਾਤਮਾ ਨੂੰ ਵੇਖਿਆ ਮੈਂ ਤੇ ਉਸੇ ਤਰ੍ਹਾਂ ਦੱਸਿਆ। ਕਿਉਂ ਦਰਸ਼ਨਾਂ ਤੋਂ ਬਿਨਾਂ ਤਾਂ ਫਿਰ ਅੰਦਾਜ਼ਾ ਹੀ ਹੁੰਦਾ ਨਾ। ਮੈਂ ਬੰਬਈ ਬਾਰੇ ਉਂਝ ਕਿਤਾਬਾਂ 'ਚ ਪੜ੍ਹਿਆ, ਉਹ ਜਦੋਂ ਦੱਸਣਾ ਹੋਊਗਾ ਮੈਨੂੰ ਫਿਰ ਰੱਟੇ ਲਾਉਣੇ ਪੈਣਗੇ, ਫਿਰ ਉਹਦੇ ਬਾਰੇ ਬੋਲਾਂਗੇ। ਜਿਵੇਂ ਗੁਰੂਆਂ ਬਾਰੇ ਹੈ, ਉਹ ਲਿਖਿਆ ਕਿਤਾਬਾਂ ਵਾਲਿਆਂ ਨੇ, ਉਹ ਆਪਾਂ ਪੜ੍ਹਦੇ ਹਾਂ, ਉਹਨੂੰ ਯਾਦ ਕਰਦੇ ਹਾਂ, ਫਿਰ ਜਿਹੜਾ ਹੈ ਇਮਤਿਹਾਨਾਂ 'ਚ ਲਿਖਦੇ ਹਾਂ ਜਾਂ ਕਥਾ ਵਾਰਤਾ ਕਰਦੇ ਹਾਂ।
ਮੰਨ ਲਓ ਮੈਂ ਆਪ ਹੀ ਕਿਸੇ ਗੁਰੂ ਮਹਾਰਾਜ ਦੇ ਨਾਲ ਰਿਹਾ ਸਾਰੀ ਉਮਰ, ਮੈਨੂੰ ਕੋਈ ਕਿਤਾਬ ਨਹੀਂ ਪੜ੍ਹਨੀ ਪਏਗੀ, ਬਸ ਦੱਸੀ ਜਾਂਗੇ ਵੈਸੇ ਹੀ। ਜਿਵੇਂ ਤੁਹਾਨੂੰ ਕੋਈ ਕਹੇ ਜੀ ਆਪਣਾ ਜੀਵਨ ਸੁਣਾਓ ਜੀ, ਤਾਂ ਤੁਸੀਂ ਦੱਸੀ ਜਾਓਗੇ ਮੈਂ ਪਹਿਲੀ ਫਲਾਣੇ ਸਨ 'ਚ ਕੀਤੀ ਹੈ, ਮੈਂ ਇੰਨਾ ਪੜ੍ਹਿਆ, ਆਹ ਕੀਤਾ, ਮੈਂ ਸੱਚੋ ਸੱਚ ਜੇ ਦੱਸੋਗੇ ਸ਼ਰਾਰਤਾਂ ਕੀਤੀ ਜਾਂ ਨਾ ਕੀਤੀ, ਜੋ ਕੁਛ। ਕਿਉਂ? ਉਹ ਆਪਣੇ ਬਾਰੇ ਤਾਂ ਹਰ ਇੱਕ ਇਨਸਾਨ ਨੂੰ ਪਤਾ ਦੱਸ ਸਕਦਾ। ਇਸ ਲਈ ਕਹਿੰਦੇ ਮੈਂ ਤਾਂ ਜਿਹਾ ਡਿਠਾ ਮੈਂ ਤੇ ਹੋ ਕੇ, ਗੁਰੂ ਮਹਾਰਾਜ ਮੈਂ ਤਾਂ ਜਿਹੋ ਜਿਹਾ ਪਰਮਾਤਮਾ ਵੇਖਿਆ ਉਹ ਜਿਹਾ ਦੱਸ ਦਿੱਤਾ ਹੈ। ਤਿਸ ਰਸ ਆਇਆ ਜਿਹਨੇ ਭੇਦ ਲਹਿਆ, ਜਿਹਨੂੰ ਪਰਮਾਤਮਾ ਦਾ ਭੇਦ ਪ੍ਰਾਪਤ ਹੋ ਗਿਆ ਉਹਨੂੰ ਹੀ ਨਾਮ ਰਸ ਆਉਂਦਾ, ਉਹਨੂੰ ਫਿਰ ਰਸ ਆਉਂਦਾ ਜ਼ਿੰਦਗੀ। ਕਿਉਂ? ਉਹਨੂੰ ਭੇਦ ਦਾ ਪਤਾ ਲੱਗ ਗਿਆ। ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਜਦੋਂ ਮਨੁੱਖ ਦੀ ਜੋਤ ਪਰਮਾਤਮਾ ਦੀ ਜੋਤ ਨਾਲ ਮਿਲ ਜਾਂਦੀ ਹੈ, ਇਸ ਮਨੁੱਖ ਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸਦੀਵੀ ਸੁੱਖ, ਸੁੱਖ ਖਕੇ ਨੂੰ ਅੰਕਲ ਹੈ, ਇੱਕੋ ਸੁੱਖ ਕਹੇ ਤੁਸੀਂ, ਇੱਕੋ ਸੁੱਖ ਮਿਲੇਗਾ ਜੀ। ਸਾਰੇ ਸੁੱਖਾਂ ਦੇ ਸਮੂਹ ਨੂੰ ਕਹਿੰਦੇ ਨੇ ਆਨੰਦ। ਸਾਰੇ ਸੁੱਖਾਂ ਦੇ ਸਮੂਹ ਨੂੰ ਕਹਿੰਦੇ ਨੇ ਆਨੰਦ। ਅਤੇ ਇੱਥੇ ਸੁੱਖ ਜਿਹੜਾ ਔਂਕਣ ਲੱਗਾ ਉਹਦਾ ਭਾਵ ਹੈ ਆਨੰਦ। ਜਦੋਂ ਜੋਰ ਇਨਸਾਨ ਦੀ ਜੋਤ ਰੱਬੀ ਜੋਤ ਨਾਲ ਮਿਲਦੀ ਹੈ, ਫਿਰ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਨ ਨਾਨਕ ਇੱਕ ਪਸਾਰਿਆ ਜੀਓ, ਫਿਰ ਉਹਨੂੰ ਪਤਾ ਲੱਗਦਾ ਇੱਕ ਪਰਮਾਤਮਾ ਸਾਰੇ ਪਾਸੇ ਪਸਰਿਆ ਹੋਇਆ ਹੈ, ਉਹੀ ਹੈ ਸਭ ਪਾਸੇ, ਬਸ ਉਸ ਤੋਂ ਬਿਨਾਂ ਇਹਨੂੰ ਹੋਰ ਕੁਛ ਦਿਸਦਾ ਨਹੀਂ। ਮਾਝ ਮਹਿਲਾ ਪੰਜਵਾਂ, ਪੰਚਮ ਪਾਤਸ਼ਾਹ ਫਿਰ ਫਰਮਾਨ ਕਰਦੇ ਨੇ, ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ। ਆਨੰਦ ਆਨੰਦ ਬਿਨੋਦ ਤਿਤੈ ਕਰ ਸੋਹੈ, ਕਿਉਂਕਿ ਇਹ ਬਹੁਵਚਨ ਨੇ ਬਿਨੋਦ, ਖੁਸ਼ੀਆਂ ਖੇੜੇ, ਇਸ ਕਲੇ ਸੋਹੈ। ਆਨੰਦ ਬਿਨੋਦ ਤਿਤੈ ਕਰ ਸੋਹੈ, ਜੋ ਤਨ ਕੰਤ ਸ਼ਿੰਗਾਰੀ ਜੀਓ। ਜਿਤ ਘਰ ਪਿਰ ਸੁਹਾਗ ਬਣਾਇਆ, ਜਿਸ ਘਰ ਨੂੰ ਪਤੀ ਨੇ ਸੁਹਾਗ ਬਣਾ ਲਿਆ ਹੈ, ਕਿਉਂਕਿ ਪਰਮਾਤਮਾ ਸੁਹਾਗ ਹੈ। ਇਹ ਜੀਵ ਇਸਤਰੀ ਜਦੋਂ ਪਰਮਾਤਮਾ ਮੰਨਦੀ ਹੈ ਫਿਰ ਸੁਹਾਗਣ ਹੋ ਜਾਂਦੀ ਹੈ। ਜਿਸ ਘਰ ਦੇ ਵਿੱਚ ਪਰਮਾਤਮਾ ਨੇ ਆਪਣੇ ਆਪ ਨੂੰ ਸੁਹਾਗ ਬਣਾ ਲਿਆ ਹੈ, ਅਤੇ ਉਹ ਘਰ ਦੀ ਮਾਲਕਣ ਪਾਵੇ ਜੀਵ ਆਤਮਾ, ਫਿਰ ਕੀ ਹੈ? ਸੁੱਖ ਪਾਇਆ, ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਿਤ ਘਰ ਸਖੀਏ ਮੰਗਲ ਗਾਇਆ, ਮੰਗਲ ਖੁਸ਼ੀ ਦੇ ਗੀਤ ਨੂੰ ਕਹਿੰਦੇ ਨੇ। ਜਿਸ ਘਰ ਦੇ ਵਿੱਚ ਪਰਮਾਤਮਾ ਵਸਣ ਲੱਗ ਜਾਵੇਗਾ, ਜਿਸ ਹਿਰਦੇ 'ਚ ਪਰਮਾਤਮਾ ਵਸਦਾ ਨਾ, ਉਸ ਘਰ ਵਿੱਚ, ਉਸ ਹਿਰਦੇ 'ਚ ਫਿਰ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਗਾਈ ਜਾਂਦੀ ਹੈ। ਆਨੰਦ ਬਿਨੋਦ ਤਿਤੈ ਕਰ ਸੋਹੈ, ਜੋ ਤਨ ਕੰਤ ਸ਼ਿੰਗਾਰੀ ਜੀਓ। ਧਨ ਮੈਨੇ ਜੀਵ ਇਸਤਰੀ, ਜਿਸ ਜੀਵ ਇਸਤਰੀ ਨੂੰ ਕੰਤ ਪਤੀ ਪਰਮਾਤਮਾ ਨੇ ਗੁਣਾਂ ਨਾਲ ਸ਼ਿੰਗਾਰ ਦਿੱਤਾ ਹੈ। ਸਿੱਖ ਧਰਮ ਵਿੱਚ ਬਾਹਰੀ ਸ਼ਿੰਗਾਰ ਦੀ ਕੋਈ ਮਹਾਨਤਾ ਨਹੀਂ ਹੈ। ਬਾਹਰੋਂ ਹਾਰ ਪਾ ਲਏ, ਕੜੇ ਪਾ ਲਏ, ਛਾਪਾ ਛੱਲੇ ਪਾ ਲਏ, ਸੁਰਖੀ ਬਿੰਦੀ ਪਾਊਡਰ ਲਾ ਲਿਆ, ਇਹ ਬਾਹਰੀ ਸ਼ਿੰਗਾਰ ਹੈ। ਨਹੀਂ, ਧਰਮ ਕਹਿੰਦੇ ਜਿਹੜੇ ਸਾਡੇ ਗੁਣ ਨੇ, ਅਸਲ ਇਹ ਸਾਡਾ ਸ਼ਿੰਗਾਰ ਹੈ। ਕਿਉਂਕਿ ਕਹਾਵਤ ਕੰਮ ਪਿਆਰਾ ਕਿ ਚੰਮ, ਸ਼ੁਰੂ ਚੰਮ ਪਿਆਰਾ ਹੁੰਦਾ। ਆ ਬੱਚੇ ਬੱਚੀਆਂ ਪਹਿਲਾਂ ਚੰਮ ਹੀ ਵੇਖਦੇ ਨੇ, ਜਦੋਂ ਵਾਹ ਪੈਂਦਾ ਉਦੋਂ ਪਤਾ ਲੱਗਦਾ ਇਹ ਜਿਹੜੇ ਨੂੰ ਮੈਂ ਪਤੀ ਬਣਾਇਆ, ਪਤਨੀ ਬਣਾਇਆ, ਇਹ ਕਿਹੋ ਜਿਹੀ ਹੈ। ਜਦੋਂ ਇੱਕ ਦੂਜੇ ਨੂੰ ਵੇਖਦੇ ਨੇ ਉਹ ਤਾਂ ਚੰਮ ਹੀ ਵੇਖਦੇ ਨੇ। ਇਹ ਚੰਮ ਥੋੜ੍ਹੇ ਦਿਨ ਹੀ ਪਿਆਰਾ ਲੱਗਦਾ, ਅਸਲ 'ਤੇ ਕੰਮ ਪਿਆਰਾ ਲੱਗਦਾ। ਨੂੰਹ ਆਈ ਹੈ, ਉਹ ਕੰਮ ਨਹੀਂ ਕਰਦੀ, ਚੰਮ ਸੋਹਣਾ, ਕਿਆ ਕਰੇਗਾ ਕੋਈ? 2-4 ਦਿਨ ਉਸ ਤੋਂ ਬਾਅਦ ਫਿਰ ਉਹਦੇ ਹੋਈ।
ਇਹ ਡੈਣ ਆ ਗਈ ਸਾਡੇ ਘਰ, ਇਹ ਫਲਾਣੀ ਆ ਗਈ, ਉਹੀ ਫਿਰ ਡੈਣ ਲੱਗਦੀ ਹੈ, ਕੁਲੱਖਣੀ ਲੱਗਦੀ ਹੈ। ਕਿਉਂ? ਉਹ ਉਹਦੇ ਕੰਮ ਨਹੀਂ ਚੱਜਦੇ ਹੈਗੇ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜਿਸ ਜੀਵ ਇਸਤਰੀ ਨੂੰ ਪਰਮਾਤਮਾ ਨੇ ਗੁਣਾਂ ਨਾਲ ਸ਼ਿੰਗਾਰ ਦਿੱਤਾ ਨਾ, ਉਸ ਜੀਵ ਦੇ ਹਿਰਦੇ ਵਿੱਚ ਹੀ ਖੁਸ਼ੀਆਂ ਖੇੜੇ ਨੇ। ਆਨੰਦ ਵਿਨੋਦ, ਆਨੰਦ ਹੈ, ਖੁਸ਼ੀਆਂ ਖੇੜੇ ਹਨ, ਕਿਉਂਕਿ ਗੁਣਾਂ ਨਾਲ ਸ਼ਿੰਗਾਰ ਦਿੱਤੀ ਗਈ ਹੈ। ਸਾ ਗੁਣਵੰਤੀ ਸਾ ਵਡਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਵਿਚਖਣ। ਇਹਨੂੰ ਵਿਚਖਣ ਨਹੀਂ ਪੜ੍ਹਨਾ, ਵਿਚਖਣ। ਜੋ ਤਨ ਕੰਤ ਪਿਆਰੀ ਜੀਓ, ਜਿਹੜੀ ਜੀਵ ਇਸਤਰੀ ਜੋ ਤਨ ਕੰਤ ਪਿਆਰੀ ਜੀਓ। ਧਨ ਰੁਪਈਆ ਪੈਸਾ ਨਹੀਂ ਇੱਥੇ ਸਮਝਣਾ ਹੈ, ਇਹ ਔਰਤ ਨੂੰ ਕਿਹਾ ਧਨ। ਜੋ ਤਨ ਕੰਤ ਪਿਆਰੀ, ਜਿਹੜੀ ਜੀਵ ਇਸਤਰੀ ਆਪਣੇ ਕੰਤ ਭਾ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ ਨਾ, ਅਸਲ 'ਚ ਉਹੀ ਸਾ ਗੁਣਵੰਤੀ, ਉਹੀ ਗੁਣਵਾਨ ਹੈ। ਸਾ ਵਡਭਾਗਣ, ਉਹੀ ਵੱਡੇ ਭਾਗਾਂ ਵਾਲੀ ਹੈ। ਪੁੱਤਰਵੰਤੀ, ਉਹੀ ਪੁੱਤਰ ਵਾਲੀ ਹੈ। ਸੀਲਵੰਤ, ਉਹੀ ਸਾਊ ਸੁਭਾਅ ਦੀ ਹੈ। ਸੁਹਾਗਣ, ਉਹੀ ਅਸਲ 'ਚ ਸੁਹਾਗਣ ਹੈ। ਰੂਪਵੰਤ, ਉਹੀ ਸੁੰਦਰ ਹੈ। ਸਾ ਸੁਗੜ ਵਿਚਖਣ, ਸੁਗੜ ਮੈਨੇ ਸਿਆਣੀ, ਉਹ ਸਿਆਣੀ ਹੈ। ਵਿਚਖਣ ਸੁੰਦਰ ਨੂੰ ਕਹਿੰਦੇ ਨੇ, ਉਹ ਸੁੰਦਰ ਹੈ। ਕੌਣ? ਜੋ ਤਨ ਕੰਤ ਪਿਆਰੀ ਜੀਓ, ਜਿਹੜੀ ਜੀਵ ਸੀ ਪਰਮਾਤਮਾ ਪਤੀ ਨੂੰ ਚੰਗੀ ਲੱਗਦੀ ਹੈ, ਅਸਲ ਵਿੱਚ ਉਹੀ ਗੁਣਵਾਨ ਹੈ, ਉਹੀ ਵਡਭਾਗਣ ਹੈ, ਉਹੀ ਪੁੱਤਰਾਂ ਵਾਲੀ ਹੈ, ਉਹੀ ਸੀਲ ਸੁਭਾਅ ਦੀ ਹੈ, ਉਹੀ ਸੁਹਾਗਣ ਹੈ, ਉਹੀ ਰੂਪਵੰਤ ਹੈ, ਉਹੀ ਸੋ ਸਿਆਣੀ ਹੈ, ਉਹੀ ਵਿਚਖਣ ਸੁੰਦਰ ਚਤੁਰ ਹੈ। ਸੋ ਜੇ ਪਰਮਾਤਮਾ ਜਿਹਨੂੰ ਪਿਆਰ ਕਰਦਾ ਹੈ, ਇਹ ਸਾਰੇ ਗੁਣ ਪੈਦਾ ਹੋ ਜਾਣ। ਆਚਾਰਵੰਤ ਸਾਈ ਪ੍ਰਧਾਨੇ, ਸਭ ਸ਼ਿੰਗਾਰ ਬਣੇ ਤਿਸ ਗਿਆਨੇ। ਸਾ ਕੁਲਵੰਤੀ ਸਾ ਸਭਰਾਈ, ਜੋ ਪਿਰ ਕੈ ਰੰਗ ਸਵਾਰੀ ਜੀਓ। ਪਿਰ ਕੈ ਰੰਗ, ਪਤੀ ਦੇ ਪਿਆਰ ਨਾਲ, ਜੋ ਪਤੀ ਦੇ ਪਿਆਰ ਰਾਹੀਂ ਸਵਾਰੀ ਗਈ ਹੈ, ਜਿਹਦੀ ਜ਼ਿੰਦਗੀ ਵਧੀਆ ਬਣ ਗਈ ਹੈ, ਉਹ ਕੀ ਹੈ? ਸਭਰਾਈ, ਉਹ ਪਟਰਾਣੀ ਹੈ। ਕਈ ਵਾਰ ਕਈ ਰਾਜ ਦੀ ਕਈ ਰਾਣੀਆਂ ਹੁੰਦੀਆਂ ਨੇ, ਇੱਕ ਵੱਡੀ ਰਾਣੀ ਉਹਨਾਂ 'ਚ ਹੁੰਦੀ ਹੈ, ਜਿਹੜੀ ਸਭ ਤੋਂ ਪਹਿਲੀ ਹੁੰਦੀ ਹੈ, ਜਿਹੜੀ ਸਭ ਤੋਂ ਪਹਿਲੀ ਜਿਹਨੂੰ ਵਿਆਹ ਕੇ ਲਾਵਾਂ ਲੱਗਿਆ, ਉਹ ਪਟਰਾਣੀ ਵੱਜਦੀ ਹੈ। ਬਾਕੀ ਤਾਂ ਰਾਜੇ ਕੀ ਕਰਦੇ, ਇਹ ਕੁੜੀ ਪਸੰਦ ਆਈ, ਇਹ ਭੇਜ ਦਿਓ ਜੀ ਸਾਡੇ ਕੋਲ, ਅਸੀਂ ਇਹਨੂੰ ਰਾਣੀ ਬਣਾਉਣਾ। ਸਾਡੇ ਪਿੰਡ ਦੇ ਨਾਲ ਕੁੱਤੀਵਾਲ ਪਿੰਡ, ਉੱਥੇ ਨਾਈਆਂ ਦੀ ਇੱਕ ਲੜਕੀ ਪਾਥੀਆਂ ਪੱਥ ਰਹੀ ਸੀ ਰਾਹ ਦੇ ਨਾਲ। ਮਹਾਰਾਜਾ ਪਟਿਆਲਾ ਸਰਦਾਰ ਭੁਪਿੰਦਰ ਸਿੰਘ ਉੱਥੋਂ ਦੀ ਲੰਘੇ ਨੇ, ਉਹਨੇ ਦੇਖਿਆ ਲੜਕੀ ਬਹੁਤ ਸੋਹਣੀ ਹੈ। ਆ ਕੇ ਜਿਹੜੇ ਆਪਣੇ ਨੌਕਰ ਹੁਣ ਕਹਿੰਦੇ ਪਤਾ ਕਰੋ ਉਹਦਾ ਬਾਪ ਕੌਣ ਹੈ। ਪਤਾ ਉਹਨਾਂ ਦੱਸੇ ਫਲਾਣ, ਕਹਿੰਦੇ ਉਹਨੂੰ ਸੱਦ ਕੇ ਲਿਓ। ਬਾਪ ਆ ਗਿਆ, ਵੀ ਰਾਜੇ ਨੇ ਸੱਦਿਆ। ਕਹਿੰਦੇ ਭਈ ਅਸੀਂ ਤੇਰੀ ਲੜਕੀ ਨੂੰ ਰਾਣੀ ਬਣਾਉਣਾ ਹੈ, ਮਨਜ਼ੂਰ ਹੈ। ਇੱਕ ਗਰੀਬ ਬੰਦੇ ਨੂੰ ਹੋਰ ਕੀ ਚਾਹੀਦਾ, ਰਾਜੇ ਦੇ ਘਰ ਕੁੜੀ ਜਾ ਰਹੀ ਹੈ। ਕਹਿੰਦੇ ਸਾਨੂੰ ਮਨਜ਼ੂਰ ਹੈ। ਅਗਲਾ ਹੱਥ ਜੋੜ ਕੇ ਖੜਾ ਹੋ ਗਿਆ। ਕਹਿੰਦੇ ਸਾਰਾ ਪਿੰਡ ਤੈਨੂੰ ਦਿੱਤਾ, ਸਾਰਾ ਪਿੰਡ ਉਸ ਬੰਦੇ ਨੂੰ ਦਿੱਤਾ। ਉਹ ਸਮਾਂ ਪਾ ਕੇ ਕੁੱਤੀਵਾਲ ਦੇ ਸਰਦਾਰ ਵੱਜਣ ਲੱਗ ਪਏ, ਉਹ ਨਹੀਂ ਦਿੱਤਾ ਸਾਰਾ। ਹਾਂਜੀ, ਸੋ ਇਸ ਲਈ ਕਹਿੰਦੇ ਅਸਲ 'ਚ ਜਿਹੜੇ ਪਰਮਾਤਮਾ ਨੇ ਆਪਣੇ ਪਿਆਰ ਨਾਲ ਜਿਹਦੇ ਜੀਵਨ ਨੂੰ ਸਵਾਰ ਦਿੱਤਾ ਨਾ, ਉਹੀ ਸਭਰਾਈ ਹੈ, ਉਹੀ ਪਟਰਾਣੀ ਹੈ। ਸਾ ਕੁਲਵੰਤੀ, ਉਹੀ ਕੁਲ ਵਾਲੀ ਹੈ। ਸਭ ਸ਼ਿੰਗਾਰ ਬਣੇ ਤਿਸ ਗਿਆਨੇ, ਪਰਮਾਤਮਾ ਦਾ ਗਿਆਨ ਹੀ ਉਸ ਦਾ ਸ਼ਿੰਗਾਰ ਹੈ। ਉਹ ਆਚਾਰਵੰਤ ਹੈ, ਚੰਗੇ ਚਾਲ ਚੱਲਣ ਵਾਲੀ ਹੈ। ਸਾਈ ਪ੍ਰਧਾਨੇ, ਉਹੀ ਮੁਖੀਆ ਹੈ,
ਉਹ ਮੁੱਖ ਹੈ। ਪਰਮਾਤਮਾ ਦਾ ਜਿਹੜਾ ਗਿਆਨ ਹੈ ਉਹ ਉਹਦਾ ਸ਼ਿੰਗਾਰ ਹੈ, ਉਹ ਉੱਚੇ ਕੁਲ ਵਾਲੀ ਹੈ, ਉਹ ਪਟਰਾਣੀ ਹੈ ਕਿ ਕਿਹੜੀ ਪਤੀ ਨੇ ਆਪਣੇ ਪਿਆਰ ਨਾਲ ਜਿਸ ਦੀ ਜ਼ਿੰਦਗੀ ਨੂੰ ਸਵਾਰ ਦਿੱਤਾ, ਉਹ 'ਚ ਸਾਰੇ ਗੁਣ ਫਿਰ ਪੈਦਾ ਹੋ ਜਾਂਦੇ। ਉਹ ਆਚਾਰਵੰਤ ਵੀ ਹੋ ਜਾਂਦੀ ਹੈ, ਚੰਗੇ ਚਾਲ ਚੱਲਣ ਦੀ ਹੋ ਜਾਂਦੀ ਹੈ, ਪ੍ਰਧਾਨ ਹੈ, ਉਹ ਮੁਖੀਆ ਬਣ ਜਾਂਦੀ ਹੈ। ਐਂ ਸਮਝੋ ਨੇ ਸਾਰੇ ਸ਼ਿੰਗਾਰ ਕਰ ਲੈ ਕੇ ਪਰਮਾਤਮਾ ਦਾ ਗਿਆਨ ਆਪਣੇ ਆਪ 'ਚ ਸ਼ਿੰਗਾਰ ਹੈ। ਸਾਧੂ ਕੋਈ ਹਾਰ ਸ਼ਿੰਗਾਰ ਨਹੀਂ ਕਰਦੇ, ਕੋਈ ਕਰੀਮਾ ਪਾਊਡਰ ਨਹੀਂ ਲਾਉਂਦੇ, ਕੋਈ ਗਹਿਣੇ ਨਹੀਂ ਪਾਉਂਦੇ। ਉਹਨਾਂ ਜਿਹੜੇ ਗੁਣ ਨੇ ਨਾ ਭਜਨ ਬੰਦਗੀ ਦੇ, ਉਹੀ ਉਹਨਾਂ ਦਾ ਸ਼ਿੰਗਾਰ ਹੈ। ਆਪਾਂ ਉਹਨਾਂ ਦੇ ਗੁਣਾਂ ਕਾਰਨ ਉਹਨਾਂ ਕੋਲ ਜਾਂਦੇ ਹਾਂ, ਉਹਨਾਂ ਦੇ ਰੰਗ ਰੂਪ ਕਾਰਨ ਨਹੀਂ। ਸਾਰੇ ਸਾਧੂ ਸੋਹਣੇ ਨਹੀਂ ਹੁੰਦੇ, ਕੋਈ ਮਧਰੇ ਕੱਦਾ ਹੈ, ਕੋਈ ਥੋੜ੍ਹਾ ਮੋਟਾ ਭਾਰਾ ਢਿੱਡਲ ਹੈ, ਕੋਈ ਜਿਹੜਾ ਹੈ ਵੀ ਪਕੇਰੇ ਰੰਗ ਦਾ ਹੈ, ਕੋਈ ਗੋਰਾ ਅੜਦਾ। ਅਸੀਂ ਉਹਨਾਂ ਦੇ ਬਾਹਰੀ ਸ਼ਕਲਾਂ ਨੂੰ ਵੇਖ ਕੇ ਉਹਨੂੰ ਮਿਲਣ ਨਹੀਂ ਜਾਂਦੇ। ਉਹਨਾਂ ਦੇ ਵਿੱਚ ਜਿਹੜਾ ਸਾਧੂਪੁਣ ਹੈ ਉਸ ਕਾਰਨ ਅਸੀਂ ਜਾਂਦੇ ਹਾਂ। ਅਸਲ 'ਚ ਉਹੀ ਉਹਨਾਂ ਦਾ ਸ਼ਿੰਗਾਰ ਹੈ। ਜਿਹੜੇ ਸਾਡੇ ਗੁਣ ਨੇ ਅਸਲ 'ਚ ਇਹ ਸਾਡਾ ਸ਼ਿੰਗਾਰ ਹਨ। ਨੂੰ ਆਈ ਹੈ ਗੁਣਵਾਨ ਹੈ, ਅੱਗੇ ਜਿਹੜੇ ਆਗਿਆਕਾਰ ਹੈ। ਦੇਖੋ ਕਿੰਨਾ ਘਰ 'ਚ ਸਤਿਕਾਰ ਹੁੰਦਾ, ਪਿਆਰ ਦਿੰਦੇ ਜੀ ਸਾਰੇ ਜੀ ਹਨ, ਕਿਉਂਕਿ ਗੁਣਵਾਨ ਹੈ, ਉਹਨੂੰ ਸਾਰੇ ਕੰਮ ਹੁੰਦੇ ਨੇ। ਆਦਰ ਮਾਣ ਪਰਿਵਾਰ ਦਾ ਕਰਦੀ ਹੈ। ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਫਿਰ ਮੇਲ ਲਈ ਅੰਗ ਲਾਏ। ਥਿਰ ਸੁਹਾਗ ਵਰ ਅਗੰਮ ਅਗੋਚਰ। ਇਹਨੂੰ ਅਗੰਮ ਪੜ੍ਹਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਅਗਮ ਨਹੀਂ ਇਸ ਨੂੰ ਪੜ੍ਹਨਾ। ਸੰਸਕ੍ਰਿਤ ਦਾ ਉਹਦਾ ਉਚਾਰਨ ਹੈ ਅਗੰਮ, ਗੱਗੇ 'ਤੇ ਟਿੱਪੀ ਲਾ ਕੇ ਬੋਲਣਾ। ਥਿਰ ਸੁਹਾਗ ਵਰ ਅਗੰਮ ਅਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜੀਓ। ਗੁਰੂ ਮਹਾਰਾਜ ਕਹਿੰਦੇ ਮਹਿਮਾ ਤਿਸਕੀ ਕਹਿਣ ਨਾ ਜਾਏ। ਉਹਦੀ ਮਹਿਮਾ ਵਡਿਆਈ ਵਰਣਨ ਹੀ ਨਹੀਂ ਕੀਤੀ ਜਾ ਸਕਦੀ। ਕਿਸ ਦੀ? ਜੋ ਪਿਰ ਮੇਲ ਲਈ ਅੰਗ ਲਾਏ, ਜਿਸ ਨੂੰ ਪਰਮਾਤਮਾ ਪਤੀ ਨੇ ਗਲ ਨਾਲ ਲਾ ਲਿਆ ਹੈ। ਕਹਿੰਦੇ ਉਹਦੀ ਮਹਿਮਾ ਤਾਂ ਵਰਣਨ ਹੀ ਨਹੀਂ ਕੀਤੀ ਜਾ ਸਕਦੀ। ਉਹਦੀ ਵਡਿਆਈ ਕੋਈ ਵਰਣਨ ਨਹੀਂ ਕਰ, ਜਿਹਨੂੰ ਪਤੀ ਪਰਮਾਤਮਾ ਨੇ ਆਪਣੇ ਗਲ ਨਾਲ ਲਾ ਲਿਆ, ਭਾਵ ਆਪਣੀ ਬਣਾ ਲਿਆ। ਫਿਰ ਜਿਹਨੂੰ ਪਰਮਾਤਮਾ ਨੇ ਆਪਣੇ ਗਲ ਨਾਲ ਲਾ ਲਿਆ, ਥਿਰ ਸੁਹਾਗ, ਥਿਰ ਸੁਹਾਗ ਵਰ, ਉਹ ਜਿਹੜੇ ਪਤੀ ਹੈ ਸਦਾ ਰਹਿਣ ਵਾਲਾ ਪਰਮਾਤਮਾ। ਆ ਸੰਸਾਰਕ ਪਤੀ ਤਾਂ ਔਰਤ ਦੇ ਜਿਉਂਦਿਆਂ ਹਾਂ ਵੀ ਮਰ ਸਕਦੇ ਨੇ। ਵਿਚਾਰੀ ਪਹਿਲਾਂ ਸੁਹਾਗਣ ਸੀ, ਫਿਰ ਛੁੱਟੜ ਹੋ ਜਾਂਦੀ ਹੈ। ਪਰ ਜਿਹਨੂੰ ਪਰਮਾਤਮਾ ਨੇ ਆਪਣਾ ਬਣਾ ਲਿਆ, ਜਿਹਦਾ ਪਤੀ ਪਰਮਾਤਮਾ ਹੋ ਗਿਆ, ਪਰਮਾਤਮਾ ਨੇ ਸਦਾ ਰਹਿਣਾ। ਪਰਮਾਤਮਾ ਅਗੰਮ ਹੈ, ਜਦੋਂ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੈ। ਅਸੀਂ ਸਰੀਰ ਕਰਕੇ ਪਰਮਾਤਮਾ ਤੱਕ ਨਹੀਂ ਜਾ ਸਕਦੇ। ਸਾਡੀ ਜਦੋਂ ਸਮਾਧੀ ਲੱਗਦੀ, ਸਾਡੀ ਜਿਹੜੀ ਆਤਮਾ ਹੈ ਉਹ ਪਰਮਾਤਮਾ ਨਾਲ ਮੇਲ ਖਾਂਦੀ ਜਾ ਕੇ। ਪਰਮਾਤਮਾ ਅਗੰਮ ਹੈ, ਅਗੋਚਰ ਹੁੰਦਾ, ਜਿਹੜਾ ਪਕੜਿਆ ਨਾ ਜਾ ਸਕੇ। ਉਹਨੂੰ ਅਸੀਂ ਹੱਥਾਂ ਨਾਲ ਕਾਸੇ ਨਾਲ ਪਕੜ ਨਹੀਂ ਸਕਦੇ। ਪਰਮਾਤਮਾ ਅਗੋਚਰ ਹੈ। ਨਾਨਕ ਪ੍ਰੇਮ ਸਾਧਾਰੀ ਜੀਓ, ਜਿਸ ਨੂੰ ਪਰਮਾਤਮਾ ਦੇ ਪਿਆਰ ਦਾ ਆਸਰਾ ਮਿਲ ਜਾਂਦਾ ਹੈ, ਉਹ ਪਰਮਾਤਮਾ ਜੋ ਅਗੰਮ ਹੈ, ਜੋ ਅਗੋਚਰ ਹੈ, ਜਿਸ ਨੂੰ ਇਹੋ ਜਿਹੇ ਪਰਮਾਤਮਾ ਦੇ ਪਿਆਰ ਦਾ ਆਸਰਾ ਮਿਲਦਾ ਨਾ, ਥਿਰ ਸੁਹਾਗ ਵਰ, ਕਿਉਂਕਿ ਉਹਦਾ ਵਰ ਸਦਾ ਰਹਿਣ ਵਾਲਾ, ਇਸ ਲਈ ਸਦਾ ਹੀ ਸੁਹਾਗਣ ਹੋ ਜਾਂਦੀ ਹੈ, ਸਦਾ ਸੁਹਾਗਣ ਹੋ ਜਾਂਦੀ। ਫਿਰ ਮਹਿਮਾ ਤਿਸਕੀ ਕਹਿਣ ਨਾ ਜਾਏ, ਕਿਉਂਕਿ ਪਰਮਾਤਮਾ ਨੇ ਆਪਣੇ ਗਲ ਲਾ ਲਿਆ ਹੁੰਦਾ ਹੈ, ਇਸ ਲਈ ਫਿਰ ਉਹਦੀ ਵਡਿਆਈ ਵਰਣਨ ਹੀ ਨਹੀਂ ਕੀਤੀ ਜਾ ਸਕਦੀ। ਇੰਨੇ ਉਹਦੇ ਗੁਣ ਪੈਦਾ ਹੁੰਦੇ, ਇੰਨੀ ਮਹਿਮਾ ਉਸਦੀ ਹੋ ਜਾਂਦੀ ਹੈ। ਸੋ ਜਦੋਂ ਪਰਮਾਤਮਾ ਮਿਲਦਾ, ਅਸਲ 'ਚ ਉਦੋਂ ਮਨੁੱਖ ਸਾਧੂ ਬਣਦਾ, ਉਦੋਂ ਸੰਤ ਬਣਦਾ ਹੈ। ਫਿਰ ਪਰਮਾਤਮਾ ਦੇ ਸੁਭਾਅ ਅਤੇ ਇਸ ਮਨੁੱਖ ਦੇ ਸੁਭਾਅ 'ਚ ਕੋਈ ਫਰਕ ਨਹੀਂ ਰਹਿੰਦਾ, ਕਿਉਂਕਿ ਪਰਮਾਤਮਾ ਨਾਲ ਉਹਨਾਂ ਚਿਰ ਸਾਡਾ ਮੇਲ ਹੀ ਨਹੀਂ ਹੁੰਦਾ, ਜਿੰਨੇ ਚਿਰ ਸਾਡਾ ਸੁਭਾਅ ਪਰਮਾਤਮਾ ਅਨੁਸਾਰ ਨਹੀਂ ਹੁੰਦਾ। ਪਤਨੀ ਪਤੀ ਦੀਆਂ ਨਜ਼ਰਾਂ 'ਚ ਅਸਲ 'ਚ ਉਦੋਂ ਹੀ ਚੜ੍ਹਦੀ ਹੈ ਜਦੋਂ ਆਪਣੇ ਸੁਭਾਅ ਨੂੰ ਪਤੀ ਦੇ ਸੁਭਾਅ ਅਨੁਸਾਰ ਕਰ ਲੈਂਦੀ ਹੈ।
ਅੱਜ ਕੱਲ੍ਹ ਜਿਹੜਾ ਹੋਰ ਜ਼ਮਾਨਾ ਹੈ, ਇੱਥੇ ਕਈ ਵਾਰੀ ਪਤੀ ਨੂੰ ਪਤਨੀ ਅਨੁਸਾਰ ਸੁਭਾਅ ਬਣਾਉਣਾ ਪੈਂਦਾ। ਜੇ ਔਰਤ ਆਪਣਾ ਸੁਭਾਅ ਨਹੀਂ ਬਦਲਦੀ ਤਾਂ ਬੰਦਾ ਘਰ ਵਸਾਉਣ ਲਈ ਕਈ ਵਾਰੀ ਆਪਣਾ ਸੁਭਾਅ ਬਦਲ ਲੈਂਦਾ, ਵੀ ਚਲੋ ਕੱਲ੍ਹ ਨੂੰ ਰੋਜ਼ ਦੀ ਤੂੰ ਮੈਂ ਕਰਨੀ ਹੈ। ਪਰ ਪਰਮਾਤਮਾ ਦੇ ਸੁਭਾਅ ਨੂੰ ਕਿਹਾ ਬਿਰਧ। ਬਿਰਧ ਹੁੰਦਾ ਉਹ ਸੁਭਾਅ ਜਿਹੜਾ ਕਦੇ ਨਾ ਬਦਲੇ। ਪਰਮਾਤਮਾ ਦੇ ਸੁਭਾਅ ਨੇ ਤਾਂ ਬਦਲਣਾ ਹੀ ਨਹੀਂ, ਸਾਨੂੰ ਹੀ ਆਪਣਾ ਸੁਭਾਅ ਬਦਲਣਾ ਪੈਣਾ। ਜੇ ਅਸੀਂ ਚਾਹੁੰਦੇ ਹਾਂ ਪਰਮਾਤਮਾ ਸਾਡੀ ਨਿਭ ਜਾਵੇ, ਪਰਮਾਤਮਾ ਨਾਲ ਸਾਡਾ ਮੇਲ ਹੋ ਜਾਵੇ, ਤਾਂ ਸਾਨੂੰ ਆਪਣਾ ਸੁਭਾਅ, ਆਪਣੀਆਂ ਆਦਤਾਂ, ਆਪਣੇ ਵਿਚਾਰ ਪਰਮਾਤਮਾ ਅਨੁਸਾਰ ਕਰਨੇ ਪੈਣਗੇ। ਪਾਤਸ਼ਾਹ ਨੇ ਆਪਣਾ ਸੁਭਾਅ, ਆਪਣੀਆਂ ਆਦਤਾਂ ਇਹ ਗੁਰਬਾਣੀ ਅਨੁਸਾਰ ਕਰਨੀਆਂ ਪੈਣਗੀਆਂ। ਆ ਗੁਰੂਆਂ ਦੇ ਸੁਭਾਅ ਪਰਮਾਤਮਾ ਨਾਲ ਮਿਲਦੇ ਸਨ, ਅਤੇ ਜਿਹੜਾ ਸਿੱਖ ਹੈ ਉਹਦਾ ਸੁਭਾਅ ਜਦੋਂ ਗੁਰੂ ਨਾਲ ਮਿਲ ਜਾਏਗਾ ਤਾਂ ਦਸਮ ਪਾਤਸ਼ਾਹ ਕਹਿੰਦੇ ਪਰਮਾਤਮਾ ਵਿੱਚ, ਮੇਰੇ ਵਿੱਚ ਅਤੇ ਮੇਰੇ ਖਾਲਸੇ 'ਚ ਕੋਈ ਫਰਕ ਨਹੀਂ ਹੈ, ਇੱਕ ਰੂਪ ਹੋ ਜਾਂਦਾ। ਕਿਉਂ ਖਾਲਸੇ ਦਾ ਵੀ ਸੁਭਾਅ, ਸੋਚ, ਆਦਤਾਂ ਗੁਰੂ ਵਾਲੀਆਂ ਹੋ ਜਾਂਦੀਆਂ ਹਨ, ਅਤੇ ਗੁਰੂ ਦਾ ਸੁਭਾਅ ਅਤੇ ਆਦਤਾਂ ਪਰਮਾਤਮਾ ਵਾਲੀਆਂ ਨੇ, ਇਸ ਲਈ ਤਿੰਨੋਂ ਇੱਕਸਾਰ ਹੋ ਜਾਂਦੇ ਨੇ। ਤਾਂ ਹੀ ਨਿਭਦੀ ਹੈ। ਕਈ ਵਾਰੀ ਬੰਦਾ ਬੇਮੁਖ ਹੋ ਜਾਂਦਾ ਗੁਰੂ ਤੋਂ, ਇਹ ਤਾਂ ਹੁਣ ਨਹੀਂ ਸੁਭਾਅ ਮਿਲਦਾ, ਟੁੱਟ ਫੁੱਟ ਹੋ ਗਈ। ਟੁੱਟ ਫੁੱਟ ਉਦੋਂ ਹੁੰਦੀ ਹੈ ਜਦੋਂ ਦੋਨਾਂ ਦਾ ਸੁਭਾਅ ਆਪਸ ਵਿੱਚ ਨਹੀਂ ਮਿਲਦਾ, ਫਿਰ ਟੁੱਟ ਫੁੱਟ ਹੋ ਜਾਂਦੀ। ਸਾਡੀ ਵੀ ਪਰਮਾਤਮਾ ਨਾਲ ਟੁੱਟ ਫੁੱਟ ਹੋਈ ਹੈ, ਕਿਉਂ ਸਾਡਾ ਸੁਭਾਅ ਉਹਦੇ ਨਾਲ ਮੇਲ ਨਹੀਂ ਖਾਂਦਾ। ਹੁਣ ਆਈ ਹੈ ਅਕਲ ਕਿ ਪਰਮਾਤਮਾ ਨਾਲ ਸਾਡੀ ਟੁੱਟ ਫੁੱਟ ਕਿਉਂ ਹੈ ਕਿ ਅਸੀਂ ਆਪਣੀ ਮਰਜ਼ੀ ਕਰਦੇ ਸੀ, ਪਰਮਾਤਮਾ ਦੀ ਮਰਜ਼ੀ ਨਹੀਂ ਸੀ ਕਰਦੇ। ਅਸੀਂ ਹੋ ਗਏ ਮਨਮੁਖ। ਪਰਮਾਤਮਾ ਚਾਹੁੰਦਾ ਹੈ ਕਿ ਮੇਰੇ ਬੱਚੇ ਗੁਰਮੁਖ ਹੋਣ, ਅਸੀਂ ਹੋ ਗਏ ਮਨਮੁਖ, ਇਸ ਲਈ ਪਰਮਾਤਮਾ ਨਾਲੋਂ ਸਾਡੀ ਟੁੱਟ ਫੁੱਟ ਹੋ ਗਈ। ਹੁਣ ਸਾਨੂੰ ਹੀ ਆਪਣਾ ਸੁਭਾਅ ਪਰਮਾਤਮਾ ਅਨੁਸਾਰ ਕਰਨਾ ਪਏਗਾ, ਤਾਂ ਜਾ ਕੇ ਉਹਦੇ ਨਾਲ ਮੇਲ ਹੋਵੇਗਾ। ਅਤੇ ਜੀ ਪਰਮਾਤਮਾ ਦਾ ਕਿਹੋ ਜਿਹਾ ਸੁਭਾਅ ਹੈ, ਉਹ ਬਾਣੀ ਅਨੁਸਾਰ ਤੁਸੀਂ ਆਪਣੀਆਂ ਆਦਤਾਂ ਬਣਾਉਣੀ, ਸੋਚ ਬਣਾਉਣੀ। ਜੋ ਗੁਰਬਾਣੀ ਦੀ ਸੋਚ ਹੈ ਉਹ ਸਾਨੂੰ ਆਪਣੀ ਸੋਚ ਬਣਾਉਣੀ ਪੈਣੀ। ਜੋ ਗੁਰਬਾਣੀ ਕਰਮ ਕਰਨ ਨੂੰ ਕਹਿੰਦੀ, ਉਹ ਸਾਨੂੰ ਉਸ ਤਰ੍ਹਾਂ ਕਰਮ ਕਰਨੇ ਪੈਣੇ, ਤਾਂ ਸਾਡੀ ਗੁਰੂ ਨਾਲ ਨਿਭੇਗੀ। ਗੁਰੂ ਨਾਲ ਨਿਭੇਗੀ ਤਾਂ ਹੀ ਪਰਮਾਤਮਾ ਨਾਲ ਨਿਭੇਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਕਿ ਜਿਸ ਨੂੰ ਪਰਮਾਤਮਾ ਦੇ ਪਿਆਰ ਮਿਲ ਜਾਂਦਾ ਹੈ, ਉਹ ਫਿਰ ਜਿਹੜਾ ਹੈ ਪਿਆਰ ਦੇ ਆਸਰੇ ਰਹਿੰਦੀ ਹੈ। ਅੱਗੇ ਕਹਿੰਦੇ ਮਾਝ ਮਹਿਲਾ ਪੰਜਵਾਂ। ਖੋਜਤ ਖੋਜਤ ਦਰਸ਼ਨ ਚਾਹੇ, ਭਾਂਤ ਭਾਂਤ ਬਨ ਬਨ ਅਵਗਾਹੇ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਉ ਆਣ ਮਿਲਾਵੇ ਜੀਉ। ਪੰਚਮ ਪਾਤਸ਼ਾਹ ਕਹਿੰਦੇ ਖੋਜਤ ਖੋਜਤ ਦਰਸ਼ਨ ਚਾਹੇ। ਦਰਸ਼ਨਾਂ ਲਈ ਬੰਦਾ ਖੋਜ ਕਰਦਾ ਰਹਿੰਦਾ ਹੈ, ਖੋਜ ਕਰਦਾ ਰਹਿੰਦਾ ਪਰਮਾਤਮਾ ਦੀ। ਪਰਮਾਤਮਾ ਦੀ ਖੋਜ ਹੀ ਕਰਨੀ, ਕਾਢ ਨਹੀਂ ਕਰਨੀ। ਕਾਢ ਉਸ ਚੀਜ਼ ਦੀ ਕੀਤੀ ਜਾਂਦੀ ਹੈ ਜਿਹੜੀ ਚੀਜ਼ ਪਹਿਲਾਂ ਸੰਸਾਰ ਵਿੱਚ ਨਾ ਹੋਵੇ, ਉਹਦੀ ਕਾਢ ਹੁੰਦੀ ਹੈ, ਉਹਦੀ ਇਨਵੈਂਸ਼ਨ ਹੁੰਦੀ ਹੈ। ਇੰਗਲਿਸ਼ ਦੋ ਸ਼ਬਦ ਨੇ, ਇੱਕ ਹੈ ਇਨਵੈਂਸ਼ਨ, ਇੱਕ ਹੈ ਡਿਸਕਵਰੀ। ਪਰਮਾਤਮਾ ਦੀ ਇਨਵੈਂਸ਼ਨ ਨਹੀਂ ਹੁੰਦੀ, ਪਰਮਾਤਮਾ ਹੈਗਾ, ਬਸ ਉਹਦਾ ਪਤਾ ਕਰਨਾ, ਉਹਨੂੰ ਡਿਸਕਵਰ ਕਰਨਾ। ਕੋਈ ਸਮਾਂ ਸੀ ਇਹ ਬਿਜਲੀ ਨਹੀਂ ਸੀ, ਬਿਜਲੀ ਦੀ ਕਾਢ ਕੱਢੀ ਗਈ। ਕਾਢ ਕੱਢਣਾ ਬਹੁਤ ਔਖਾ ਕੰਮ ਹੈ, ਕੋਈ ਚੀਜ਼ ਪਹਿਲਾਂ ਵੇਖੀ ਨਹੀਂ, ਇੱਕ ਨਵੀਂ ਚੀਜ਼ ਤਿਆਰ ਕਰ ਦੇਣੀ ਹੈ। ਸਿਰਫ ਮਨ 'ਚ ਸੋਚ ਆਈ ਹੋਣੀ ਐਡੀਸਨ ਵਰਗਿਆਂ ਦੀ ਕਿ ਯਾਰ ਦੀਵੇ ਲਾਲਟਨਾਂ ਨਾਲ ਗੱਲ ਨਹੀਂ ਬਣਦੀ, ਹਨੇਰੀਆਂ ਚੱਲਦੀਆਂ ਨੇ। ਦੀਵੇ ਅਤੇ ਲਾਲਟਣ ਕਿਉਂ ਬਣੀ ਕਿ ਦੀਵਾ ਹਵਾ ਆਉਣ ਨਾਲ ਬੁੱਝ ਜਾਂਦਾ ਸੀ। ਛੋਟਿਆਂ ਹੁੰਦਿਆਂ ਜਦੋਂ ਖੇਤ ਨੂੰ ਰਾਤ ਨੂੰ ਜਾਣਾ ਪਾਣੀ ਲਾਉਣ, ਤਾਂ ਲਾਲਟਣ ਨਾਲ ਲੈ ਕੇ ਚਾਨਣ ਹੋਵੇ, ਦੀਵਾ ਚੱਲਿਆ ਜਸ ਹਵਾ 'ਚ ਬੁੱਝਣ। ਪਰ ਲਾਲਟਣ ਦਾ ਚਾਨਣ ਥੋੜ੍ਹਾ ਹੁੰਦਾ,
ਬੰਦਾ ਸੋਚੀ ਗਿਆ ਵੀ ਆਪਣੇ ਆਪ ਹੀ ਚਾਨਣ ਚੁਨਣ ਹੋਣਾ ਚਾਹੀਦਾ। ਫਿਰ ਜਿਹੜਾ ਐਡੀਸਨ ਸਾਇੰਸਦਾਨ ਹੋਇਆ, ਉਹ ਤਜਰਬੇ ਕਰਦਾ ਰਿਹਾ। ਫਿਰ ਉਸਨੇ ਬਲਬ ਦੀ ਕਾਢ ਕੱਢੀ। ਇਹ ਜਿਹੜਾ ਬਲਬ ਹੈ, ਇਹ ਐਡੀਸਨ ਨੇ ਕਾਢ ਕੱਢੀ ਹੁੰਦੀ। ਬਲਬ ਤਾਂ ਨਿਕਲਿਆ ਜੇ ਪਹਿਲਾਂ ਬਿਜਲੀ ਸੀ। ਬਿਜਲੀ ਦੀ ਪਹਿਲਾਂ ਕਾਢ ਕੱਢੀ ਗਈ, ਫਿਰ ਇਹ ਚੀਜ਼ਾਂ ਦੀ ਕਾਢ ਕੱਢੀ ਗਈ। ਪਰਮਾਤਮਾ ਹੈ, ਅਸੀਂ ਤਾਂ ਉਸਨੂੰ ਲੱਭਣਾ ਬਸ। ਔਰ ਸਾਨੂੰ ਇਹ ਵੀ ਦੱਸ ਦਿੱਤਾ ਕਿ ਪਰਮਾਤਮਾ ਤੇਰੇ ਅੰਦਰ ਹੈ, ਅਤੇ ਉਹ ਨਾਮ ਜਪ ਕੇ ਲੱਭੇਗਾ ਤੂੰ ਉਸਨੂੰ। ਲੈ ਬਸ ਨਾ ਪਤਾ। ਬਿਜਲੀ ਦਾ ਤਾਂ ਪਤਾ ਹੀ ਨਹੀਂ ਸੀ ਕਦੇ, ਕਿ ਨਾ ਹੀ ਨਹੀਂ ਸੁਣਿਆ ਵੀ ਇਹ ਵੀ ਕੋਈ ਚੀਜ਼ ਹੁੰਦੀ ਹੈ। ਅਗਲੇ ਨੇ ਉਹ ਕਾਢ ਕੱਢਤੀ, ਉਹ ਇਹੋ ਜਿਹੀ ਕਾਢ ਕੱਢਤੀ। ਪਰਮਾਤਮਾ ਦਾ ਤਾਂ ਪਤਾ ਵੀ ਪਰਮਾਤਮਾ ਹੈ, ਔਰ ਉਹ ਸਾਡੇ ਅੰਦਰ ਬੈਠਾ, ਇਹ ਵੀ ਪਤਾ। ਸਾਧੂ ਜਿਨ੍ਹਾਂ ਨੇ ਪਰਮਾਤਮਾ ਪ੍ਰਾਪਤ ਕੀਤਾ, ਉਹਨਾਂ ਦੱਸਿਆ ਵੀ ਪਰਮਾਤਮਾ ਹੈ, ਉਹ ਸਾਡੇ ਅੰਦਰ ਹੈ। ਜੇ ਤੁਸੀਂ ਉਹਨੂੰ ਪ੍ਰਗਟ ਕਰਨਾ ਜਾਂ ਉਸਨੂੰ ਵੇਖਣਾ ਹੈ ਤਾਂ ਗੁਰੂ ਤੁਹਾਨੂੰ ਦੇਗਾ ਗੁਰਮੰਤਰ। ਬਾਕੀ ਕੁਝ ਗੁਰੂ ਮਹਾਰਾਜ ਤੈਨੂੰ ਦੇਣਗੇ ਹਦਾਇਤਾਂ। ਉਹਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਹੈ ਤੂੰ ਨਾਮ ਜਪੀ ਜਾਣਾ। ਇੱਕ ਸਮਾਂ ਆਵੇਗਾ ਪਰਮਾਤਮਾ ਪ੍ਰਗਟ ਹੋ ਜਾਏ ਤਾਂ ਦਰਸ਼ਨ ਕਰ ਲਈ। ਸਾਧੂਆਂ ਨੂੰ ਤਾਂ ਇਹ ਮੌਜ ਹੈ, ਉਹਨਾਂ ਢੰਗ ਵੀ ਪਤਾ ਹੈ, ਆਪਾਂ ਢੰਗ ਵੀ ਪਤਾ, ਬਸ ਪ੍ਰਗਟ ਹੀ ਕਰਨਾ ਉਸਨੂੰ। ਉਹ ਪਰਮਾਤਮਾ ਪਹਿਲੇ ਉਹਦੀ ਕੋਈ ਇਨਵੈਂਸ਼ਨ ਨਹੀਂ ਕਰਨੀ, ਉਹਦੀ ਕੋਈ ਕਾਢ ਨਹੀਂ ਕਰਨੀ, ਉਹਨੂੰ ਬਸ ਲੱਭਣਾ ਹੈ। ਜਿਵੇਂ ਬੱਚੇ ਲੁੱਕਣ ਮੀਟੀ ਖੇਡਦੇ ਨੇ, ਸਾਰੇ ਆਪਣੇ ਤੋਂ ਲੁੱਕ ਜਾਂਦੇ ਨੇ, 1 ਵਜੇ ਲੱਭਣਾ ਹੁੰਦਾ ਉਹਨਾਂ ਨੂੰ। ਉਹ ਲੱਭਦਾ, ਉਹਨਾਂ ਨੂੰ ਪਤਾ ਬੱਚੇ ਇੱਥੇ ਨੇੜੇ ਤੇੜੇ ਨੇ, ਕਿੱਥੇ ਛਿਪੇ ਹੋਏ ਨੇ, ਬਸ ਉਹਨੂੰ ਲੱਭ ਲੈਂਦਾ ਅਤੇ ਜਿੱਤ ਜਾਂਦਾ। ਇਸ ਤਰ੍ਹਾਂ ਪਤਾ ਹੈ ਗੁਰੂ ਪਰਮਾਤਮਾ ਸਾਡੇ ਅੰਦਰ ਹੈ, ਉਹ ਗੁਰੂ ਦੇ ਦਿੱਤੇ ਸ਼ਬਦ ਰਾਹੀਂ ਮਿਲੇਗਾ। ਅਤੇ ਨਾਲ ਜਿਹੜਾ ਹੈ ਇਹ 3-4 ਗੱਲਾਂ ਦਾ ਖਿਆਲ ਰੱਖਣਾ ਵੀ ਜਿਹੜੀ ਸਾਡੀ ਕਿਰਤ ਹੈ ਉਹ ਸੁੱਚੀ ਹੋਵੇ, ਸਾਡਾ ਚਾਲ ਚੱਲਣ ਉੱਚਾ ਹੋਵੇ, ਅਸੀਂ ਕੋਈ ਨਸ਼ਾ ਨਾ ਕਰਦੇ ਹੋਈਏ। ਇਹ 3 ਸਾਡੇ ਗੁਣ ਚਾਹੀਦੇ ਜਿਹਨੇ ਪਰਮਾਤਮਾ ਨੂੰ ਪ੍ਰਾਪਤ ਕਰਨਾ। ਇੱਕ ਤਾਂ ਉਹਦੀ ਕਿਰਤ ਸੱਚੀ ਸੁੱਚੀ ਹੋਣੀ ਚਾਹੀਦੀ, ਹਰਾਮ ਦੀ ਕਮਾਈ ਨਹੀਂ ਹੋਣੀ ਚਾਹੀਦੀ, ਉਹਨੂੰ ਨਹੀਂ ਰੱਬ ਮਿਲਦਾ। ਇੱਕ ਉਹ ਕੋਈ ਨਸ਼ਾ ਨਹੀਂ ਕਰਦਾ ਹੋਣਾ, ਨਸ਼ਈ ਨੂੰ ਵੀ ਰੱਬ ਨਹੀਂ ਮਿਲਦਾ। ਭਾਂਗ ਮਾਛਲੀ ਸੁਰਾ ਪਾਣ ਜੋ ਪ੍ਰਾਣੀ ਖਾਹੇ, ਵਰਤ ਨੇਮ ਤੀਰਥ ਕੀਏ ਸਭੇ ਰਸਾਤਲ ਜਾਹੇ। ਕਬੀਰ ਸਾਹਿਬ ਕੇ ਜਿਹੜੇ ਭੰਗ ਪੀਂਦੇ ਨੇ, ਜਿਹੜੇ ਮਛਲੀ ਜੋ ਮਾਸ ਖਾਂਦੇ ਨੇ, ਸੁਰਾ ਸ਼ਰਾਬ ਨੂੰ ਕਹਿੰਦੇ, ਜਿਹੜੇ ਸ਼ਰਾਬ ਪੀਂਦੇ ਨੇ, ਜਿਹੜੇ ਭੰਗ ਪੀਂਦੇ ਨੇ, ਜਿਹੜੇ ਮੀਟ ਖਾਂਦੇ ਨੇ, ਜਿਹੜੇ ਸ਼ਰਾਬ ਪੀਂਦੇ ਨੇ, ਉਹ ਜਿੰਨੇ ਮਰਜ਼ੀ ਵਰਤ ਰੱਖ ਲੈਣ, ਜਿੰਨੇ ਮਰਜ਼ੀ ਤੀਰਥ ਇਸ਼ਨਾਨ ਕਰ ਲੈਣ, ਜੋ ਮਰਜ਼ੀ ਨੇਮ ਚੱਕ ਲੈਣ, ਸਭੇ ਰਸਾਤਲ ਜਾਣ, ਸਾਰੇ ਨਰਕਾਂ ਨੂੰ ਜਾਣਗੇ। ਇਸ ਲਈ ਜਿਸ ਬੰਦੇ 'ਚ 3 ਔਗਣ ਇੱਕ ਵੀ ਹੈ, ਜਿਹਦੀ ਦਸਾਂ ਨੂੰਹ ਦੀ ਕਿਰਤ ਨਹੀਂ, ਉਹਨੂੰ ਵੀ ਰੱਬ ਨਹੀਂ ਮਿਲਦਾ। ਜਿਹੜਾ ਨਸ਼ੇ ਕਰਦਾ ਉਹਨੂੰ ਵੀ ਰੱਬ ਨਹੀਂ ਮਿਲਦਾ, ਅਤੇ ਜਿਹਦਾ ਚਾਲ ਚੱਲਣਾ ਅੱਛਾ ਨਹੀਂ, ਉਹਨੂੰ ਵੀ ਰੱਬ ਨਹੀਂ ਮਿਲਦਾ। ਚਾਹੇ ਸਾਰੀ ਉਮਰ ਬਾਣੀ ਪੜ੍ਹੀ ਜਾਓ, ਚਾਹੇ ਸਾਰੀ ਉਮਰ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਨਹੀਂ ਮਿਲੇਗਾ ਉਹ। ਇਸ ਲਈ ਸਾਨੂੰ ਬਾਣੀ ਅਨੁਸਾਰ ਆਪਣਾ ਜੀਵਨ ਕਰਨਾ ਪੈਣਾ। ਇਹ 3 ਔਗਣ ਛੱਡਣ ਤੋਂ ਬਾਅਦ ਜਦੋਂ ਬੰਦਾ ਭਜਨ ਬੰਦਗੀ ਕਰਦਾ, ਫਿਰ ਇਹਦੀ ਆਤਮਿਕ ਅਵਸਥਾ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਮਾਂ ਪਾ ਕੇ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ, ਉਦੋਂ ਅਗਲੀ ਸਟੇਜ ਫਿਰ ਪਰਮਾਤਮਾ ਦੀ ਸਟੇਜ ਹੁੰਦੀ ਹੈ। ਇਸ ਲਈ ਸਾਡਾ ਜੀਵਨ ਸਹੀ ਹੋਣਾ ਚਾਹੀਦਾ। ਗੁਰੂਆਂ ਦਾ ਜੀਵਨ ਪੜ੍ਹ ਲਓ, ਉਹ ਜੋ ਵੀ ਉਹਨਾਂ ਕੋਲ ਆਇਆ ਜਾਂ ਜਿਸ ਕੋਲ ਵੀ ਉਹ ਗਏ, ਉਹਦੀ ਪਹਿਲਾਂ ਬੁਰਾਈ ਛੁਡਾਈ ਹੈ, ਉਹਦੀ ਬੁਰਾਈ ਛੁਡਾਈ। ਜੇ ਗੁਰੂ ਤੇਗ ਬਹਾਦਰ ਮਹਾਰਾਜ ਦੱਗੋ ਚੌਧਰੀ ਕੋਲੇ ਗਏ ਤਾਂ ਉਹਦੇ ਚੋਰੀ ਕਰਨ ਦੀ ਆਦਤ ਹਟਾਈ ਉਸ ਦੀ, ਵੀ ਤੂੰ ਮੱਝਾਂ ਚੋਰੀ ਕਰਦਾ, ਉਹਦਾ ਸਾਨੂੰ ਤੂੰ ਦੁੱਧ ਪਿਲਾਉਣਾ ਹੈ, ਪਹਿਲਾਂ ਇਹ ਚੋਰੀ ਕਰਨੀ ਬੰਦ ਕਰ। ਫਿਰ ਉਹਨੂੰ ਨਾਮ ਦੀ ਦਾਤ ਦਿੱਤੀ। ਸੋ ਬੁਰਾਈਆਂ ਤਿਆਗ ਕੇ ਹੀ ਨਾਮ ਜਪਣ ਦਾ ਕੋਈ ਫਲ ਹੈ ਨਹੀਂ। ਮਨ ਨੂੰ ਝੂਠੀ ਤਸੱਲੀ ਜਿੰਨੀ ਮਰਜ਼ੀ ਦੇ ਲਓ, ਉਹ ਤਾਂ ਝੂਠੀਆਂ ਤਸੱਲੀਆਂ ਨੇ। ਮੰਨ ਲਓ ਕਿਸੇ ਨੂੰ ਹਰਾਮ ਦੀ ਕਮਾਈ ਹੈ, ਉਹ ਬਾਣੀ ਪੜ੍ਹ ਰਿਹਾ, ਨਾਮ ਜਪ ਰਿਹਾ, ਗੁਰੂ ਮਹਾਰਾਜ ਦੀ ਹਾਮੀ ਨਹੀਂ ਭਰਦੇ। ਗੁਰੂ ਹਾਮੀ ਭਰੇਗਾ ਤਾਂ ਪਰਮਾਤਮਾ ਮਿਲੇਗਾ ਨਾ। ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ।
ਕੋਈ ਵੀ ਗੁਰੂ ਪੀਰ ਉਹਦੀ ਹਾਮੀ ਨਹੀਂ ਭਰਦੇ ਜਿਹੜਾ ਮੁਰਦਾਰ ਖਾਂਦਾ, ਹਰਾਮ ਦੀ ਕਮਾਈ ਖਾਂਦਾ। ਜਿਹੜਾ ਬੰਦਾ ਹਰਾਮ ਦੀ ਕਮਾਈ ਖਾਂਦਾ, ਗੁਰੂ ਮਹਾਰਾਜ ਉਹਦੀ ਹਾਮੀ ਹੀ ਨਹੀਂ ਭਰਦੇ। ਗੁਰੂ ਮਹਾਰਾਜ ਉਹਦੇ ਨਾਮ ਨੂੰ ਪਰਮਾਤਮਾ ਰਿਕਮੈਂਡ ਹੀ ਨਹੀਂ ਕਰਦੇ। ਹੁਣ ਗੁਰੂ ਮਹਾਰਾਜ ਰਿਕਮੈਂਡ ਕਰਨ, ਫਿਰ ਪਰਮਾਤਮਾ ਅਲਾਊਡ ਲਿਖੇਗਾ ਨਾ। ਉਹ ਕਹਿੰਦੇ ਮੈਂ ਸਿੱਧਾ ਅਲਾਊਡ ਨਹੀਂ ਲਿਖਣਾ। ਸਕੂਲਾਂ 'ਚ ਅਸੀਂ ਰਹੇ ਹਾਂ, ਕਲਾਸ ਇੰਚਾਰਜ ਹੁੰਦੇ ਸੀ, ਬੱਚੇ ਸਾਨੂੰ ਐਪਲੀਕੇਸ਼ਨ ਦਿੰਦੇ ਛੁੱਟੀ ਲਈ, ਅਸੀਂ ਉਸ 'ਤੇ ਲਿਖ ਕੇ ਰਿਕਮੈਂਡਡ, ਸਿਫਾਰਿਸ਼ ਕੀਤੀ ਜਾਂਦੀ ਹੈ। ਫਿਰ ਬੱਚੇ ਨੇ ਕਿਹਾ ਜਾਂ ਪ੍ਰਿੰਸੀਪਲ ਲੈ ਜਾ, ਉਹ ਉੱਤੇ ਲਿਖਦੇ ਅਲਾਊਡ, ਛੁੱਟੀ ਮਨਜ਼ੂਰ ਕੀਤੀ ਜਾਂਦੀ ਹੈ। ਇੱਕ ਬੱਚਾ ਸੀ ਵਾਰੀ ਵਾਰੀ ਛੁੱਟੀਆਂ ਲੈਂਦਾ, ਮੈਂ ਬੜਾ ਦੁਖੀ ਹੋ ਗਿਆ। ਉਹ ਅਰਜ਼ੀ ਲੈ ਕੇ ਆਇਆ, ਉਹ ਹੈ ਸੀ 6ਵੀਂ ਜਮਾਤ ਦਾ, ਉਹਨੂੰ ਕੀ ਪਤਾ, ਮੈਂ ਉੱਤੇ ਲਿਖਦਾ ਨਾਟ ਰਿਕਮੈਂਡਡ। ਮੈਂ ਲੈ ਜਾ ਪ੍ਰਿੰਸੀਪਲ ਕੋਲ, ਪ੍ਰਿੰਸੀਪਲ ਜਿੱਥੇ ਲਿਖਿਆ ਹੋਇਆ ਟੀਚਰ ਲਿਖਿਆ ਨਾਟ ਰਿਕਮੈਂਡ, ਉਹਨੇ ਉਹਦੀ ਅਰਜ਼ੀ ਸੁੱਟਦੀ, ਕਹਿੰਦਾ ਦੌੜ ਜਾ, ਤੈਨੂੰ ਨਹੀਂ ਛੁੱਟੀ ਮਿਲਦੀ। ਕਹਿੰਦੇ ਜੀ ਸਰ ਨੇ ਲਿਖਿਆ, ਕਹਿੰਦਾ ਸਰ ਨੇ ਲਿਖਿਆ ਇਹਨੂੰ, ਇਹਦੀ ਅਰਜ਼ੀ ਮਨਜ਼ੂਰ ਨਹੀਂ ਕਰਨੀ, ਕਹਿੰਦਾ ਦੌੜ ਜਾ। ਸੋ ਗੁਰੂ ਮਹਾਰਾਜ ਵੇਖਦੇ ਨੇ ਕਿ ਕੀ ਮੇਰੇ ਸਿੱਖ ਦਾ ਜੀਵਨ ਸਹੀ ਹੈ, ਕੀ ਵਾਕਈ ਨਾਮ ਜਪਦਾ, ਫਿਰ ਗੁਰੂ ਮਹਾਰਾਜ ਕਿਸੇ ਵੇਲੇ ਵੀ ਸਾਡੀ ਸਿਫਾਰਿਸ਼ ਕਰ ਸਕਦੇ ਹੋ। ਸਿੱਖਿਆ 3 ਔਗਣ ਹਰ ਬੰਦੇ ਨੂੰ ਛੱਡਣੇ ਪੈਣਗੇ ਜਿਸ ਦੀ ਇੱਛਾ ਇਹ ਭਜਨ ਬੰਦਗੀ ਵਾਲੇ ਪਾਸੇ ਹੈ। ਵੀ ਮੈਨੂੰ ਕੋਈ ਪ੍ਰਾਪਤ ਹੋਵੇ, ਮੇਰੀ ਆਤਮਿਕ ਅਵਸਥਾ ਉੱਚੀ ਹੋਵੇ, ਮੈਨੂੰ ਕੋਈ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣ, ਉਹਨੂੰ ਇਹ 3 ਬੁਰਾਈਆਂ ਛੱਡਣੀਆਂ ਪੈਣੀਆਂ। ਹਰਾਮ ਦੀ ਕਮਾਈ 1, ਨਸ਼ੇ 2 ਅਤੇ ਭੈੜਾ ਚਾਲ ਚੱਲਣ, ਇਹ ਤਿੰਨੋਂ ਤਿਆਗਣੇ ਪੈਣਗੇ, ਫਿਰ ਗੱਲ ਬਣਦੀ ਜਾ ਕੇ। ਸੋ ਗੁਰੂ ਮਹਾਰਾਜ ਕਹਿੰਦੇ ਖੋਜਤ ਖੋਜਤ ਦਰਸ਼ਨ ਚਾਹੇ, ਕਹਿੰਦਾ ਦਰਸ਼ਨ ਕਰਨਾ ਚਾਹੁੰਦਾ ਸੀ, ਇਸ ਲਈ ਖੋਜਦਾ ਰਿਹਾ, ਰੱਬ ਨੂੰ ਲੱਭਦਾ ਰਿਹਾ। ਭਾਂਤ ਭਾਂਤ ਬਨ ਬਨ ਅਵਗਾਹੇ, ਅਗਵਾਹੇ ਹੁੰਦਾ ਕਹਿੰਦਾ ਯਾਰ ਮੈਂ ਸਾਰਾ ਘਰ ਗਾਹ ਮਾਰਿਆ, ਲੱਭਦੇ ਹੀ ਨਹੀਂ ਹੈਗੇ। ਭਾਂਤ ਭਾਂਤ ਦੇ ਜੰਗਲਾਂ 'ਚ ਜਾ ਕੇ ਉਹਨੇ ਢੂੰਡਿਆ, ਉੱਥੇ ਅਵਗਾਹਿਆ ਢੂੰਡ ਭਾਲ ਕੀਤੀ। ਭਾਂਤ ਭਾਂਤ ਦੇ ਜੰਗਲ ਬੇਲਿਆਂ ਜਾ ਕੇ ਪਰਮਾਤਮਾ ਦੀ ਢੂੰਡ ਭਾਲ ਕੀਤੀ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੇ ਜੀਓ। ਮੇਰਾ ਪਰਮਾਤਮਾ ਨਿਰਗੁਣ ਵੀ ਹੈ, ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਸਰਗੁਣ ਵੀ ਹੈ ਜਿਹੜਾ ਅੱਖਾਂ ਨਾਲ ਦਿਖਾਈ ਦਿੰਦਾ ਹੈ। ਕੋਈ ਹੈ ਜੀਓ, ਕੋਈ ਐਸਾ ਜੀਵ ਹੈ ਆਣ ਮਿਲਾਵੇ ਜੀਓ, ਜਿਹੜਾ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ, ਜਿਹੜਾ ਮੈਨੂੰ ਪਰਮਾਤਮਾ ਕਹਿੰਦਾ ਕੋਈ ਐਸਾ ਹੈ। ਕਿਉਂਕਿ ਪਰਮਾਤਮਾ ਦੀ ਖੋਜ ਹੁਣ ਕੀਤੀ ਜਾ ਰਹੀ ਹੈ। ਖਟ ਸ਼ਾਸਤ ਵਿਚਰਤ ਮੁਖ ਗਿਆਨ, ਪੂਜਾ ਤਿਲਕ ਤੀਰਥ ਇਸ਼ਨਾਨ, ਨਿਵਲੀ ਕਰਮ ਆਸਨ 84, ਇਨਮੈਂ ਸ਼ਾਂਤ ਨਾ ਆਵੇ ਜੀਓ। ਕਈ ਲੋਕ 6 ਸ਼ਾਸਤਰ ਪੜ੍ਹਦੇ ਨੇ, ਖਟ ਮਨੇ 6। ਹਿੰਦੂਆਂ ਦੇ 4 ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ। ਇਹ ਹਿੰਦੁਸਤਾਨ ਦੀ ਬਹੁਤ ਪੁਰਾਤਨ ਪੁਸਤਕਾਂ ਨੇ ਧਾਰਮਿਕ। ਕਹਿੰਦੇ 6 ਸ਼ਾਸਤਰ, ਆਪਾਂ ਪੜ੍ਹੇ 6 ਗੁਰ 6 ਉਪਦੇਸ਼, 6 ਵਿਚਰਤ ਹੁੰਦਾ ਵਿਚਾਰ ਕਰਨਾ। ਜੇ ਕੋਈ 6 ਸ਼ਾਸਤਰਾਂ ਦਾ ਵਿਚਾਰ ਕਰੇ ਵੀ ਕੀ ਲਿਖਿਆ, ਜਿਵੇਂ ਆਪਾਂ ਹੁਣ ਬਾਣੀ ਦੀ ਵਿਚਾਰ ਕਰ ਰਹੇ ਨਾ, ਬਾਣੀ ਪੜ੍ਹ ਰਹੇ ਨਾਲੇ ਦੀ ਵਿਚਾਰ ਕਰ ਰਹੇ ਵੀ ਬਾਣੀ ਕਹਿੰਦੀ ਕੀ ਹੈ। ਜੇ ਸਾਨੂੰ ਪਤਾ ਲੱਗੂਗਾ ਤੇ ਤਾਂ ਹੀ ਫਿਰ ਅਸੀਂ ਕੁਛ ਕਰਾਂਗੇ ਨਾ ਬਾਣੀ ਅਨੁਸਾਰ। ਜੇ ਸਾਨੂੰ ਪਤਾ ਹੀ ਨਹੀਂ ਵੀ ਬਾਣੀ ਕੀ ਕਹਿੰਦੀ ਹੈ, ਫਿਰ ਤਾਂ ਅਸੀਂ ਪੜ੍ਹੀ ਜਾਵਾਂਗੇ ਬਸ। ਜਿਵੇਂ ਜਾਪ ਸਾਹਿਬ ਹੈ, ਇਹ 1000 ਬੰਦਿਆਂ ਮਗਰ ਕਿਸੇ ਇੱਕ ਨੂੰ ਆਉਂਦੇ ਅਰਥ ਆਉਂਦੇ ਹੋਣੇ ਨੇ, ਪੜ੍ਹ ਰਿਹਾ ਉਹ, ਪਰ ਉਹਨੂੰ ਇਹ ਨਹੀਂ ਪਤਾ ਵੀ ਇਹਦੇ ਅਰਥ ਕੀ ਨੇ। ਚਲੋ ਉਹ ਤਾਂ ਹੈ ਵੀ ਉਸ ਤਾਂ ਕੋਈ ਸਿੱਖਿਆ ਨਹੀਂ ਦਿੱਤੀ, ਉਹ ਤਾਂ ਸਾਰੀ ਪਰਮਾਤਮਾ ਦੀ ਵਡਿਆਈ ਹੈ। ਵਾਹਿਗੁਰੂ ਵਾਹਿਗੁਰੂ ਕਰ ਲਿਆ ਜਾਂ ਜਾਪ ਸਾਹਿਬ ਪੜ੍ਹ ਲਿਆ, ਇੱਕੋ ਗੱਲ ਹੈ। ਜਾਪ ਸਾਹਿਬ ਦੇ ਪਰਮਾਤਮਾ ਦੇ ਅੱਡ ਅੱਡ ਗੁਣ ਨੇ, 1200 ਗੁਣ ਜਾਪ ਸਾਹਿਬ ਦੇ ਵਿੱਚ ਲਿਖੇ ਨੇ ਪਰਮਾਤਮਾ ਦੇ।
ਸਿਰ ਉਹ ਤਾਂ ਇਹਦੇ ਗੁਣਾਂ ਦੀ ਵਡਿਆਈ ਹੈ ਸਾਰਾ ਜਾਪ ਸਾਹਿਬ। ਅਰਥ ਨਹੀਂ ਹੁੰਦੇ ਤਾਂ ਵੀ ਕੋਈ ਗੱਲ ਨਹੀਂ। ਇੱਕ ਵਾਰੀ ਸੰਤ ਵਰਿਆਮ ਸਿੰਘ ਜੀ ਕੋਲ ਇੱਕ ਬੰਦਾ ਚਲਿਆ ਗਿਆ, ਕਹਿੰਦਾ ਜੀ ਮੈਨੂੰ ਤਾਂ ਜਾਪ ਸਾਹਿਬ ਦੇ ਅਰਥ ਹੀ ਨਹੀਂ ਆਉਂਦੇ। ਕਹਿੰਦੇ ਸੁਣ, ਤੂੰ ਬਾਣੀ ਕਿਹਨੂੰ ਸੁਣਾਉਣਾ? ਤੇ ਬਾਣੀ ਕਿਹਨੂੰ? ਕਹਿੰਦੇ ਕੋਈ ਵੀ ਨਹੀਂ ਹੁੰਦਾ। ਕਹਿੰਦੇ ਨਹੀਂ, ਜਿਹਦੀ ਬਾਣੀ ਪੜ੍ਹ ਰਹੇ ਹੋਈ ਨਾ ਉਹ ਸੁਣ ਰਿਹਾ ਹੁੰਦਾ ਹੈ। ਅਤੇ ਇਹ ਬਾਣੀ ਕਿਹਦੀ ਹੈ? ਕਹਿੰਦੇ ਦਸਮ ਪਾਤਸ਼ਾਹ ਦੀ ਹੈ। ਕਹਿੰਦੇ ਫਿਰ ਦਸਮ ਪਾਤਸ਼ਾਹ ਸੁਣ ਰਹੇ ਨੇ, ਉਹਨਾਂ ਨੂੰ ਅਰਥ ਆਉਂਦੇ ਹੀ ਨੇ, ਬਸ ਤੂੰ ਤਾਂ ਉਹਨਾਂ ਨੂੰ ਸੁਣਾਉਣੀ ਹੈ। ਜਿੱਥੇ ਸਿੱਖਿਆ ਦਿੱਤੀ ਹੋਈ ਹੈ ਉਹ ਤਾਂ ਸਾਡੇ ਲਈ ਹੈ। ਬਾਣੀ ਜਿੱਥੇ ਸਿੱਖਿਆ ਦਿੱਤੀ ਹੋਈ ਹੈ ਉਹਦੇ ਸਾਨੂੰ ਅਰਥ ਜ਼ਰੂਰ ਆਉਣੇ ਚਾਹੀਦੇ, ਜਿਸ ਤਾਂ ਹੀ ਅਸੀਂ ਉਹ ਸਿੱਖਿਆ 'ਤੇ ਚੱਲਾਂਗੇ ਨਾ। ਕਹਿੰਦੇ ਜਾਪ ਸਾਹਿਬ ਦੇ ਵਿੱਚ ਸਿੱਖਿਆ ਨਹੀਂ ਦਿੱਤੀ, ਉਹ ਤਾਂ ਸਿਰਫ ਪਰਮਾਤਮਾ ਦੀ ਵਡਿਆਈ ਕੀਤੀ ਹੈ ਸੰਸਕ੍ਰਿਤ ਅਤੇ ਫਾਰਸੀ 'ਚ। ਆਮ ਲੋਕ ਨਾ ਸੰਸਕ੍ਰਿਤ ਪੜ੍ਹੇ ਨਾ ਫਾਰਸੀ ਪੜ੍ਹੇ, ਇਸ ਲਈ ਉਹ ਬਾਣੀ ਸਮਝਣੀ ਹੈ। ਕਹਿੰਦੇ ਤੇਰਾ ਕੰਮ ਹੈ ਪੜ੍ਹੀ ਜਾਣਾ। ਗੁਰੂ ਮਹਾਰਾਜ ਬੈਠੇ ਸੁਣ ਰਹੇ ਨੇ, ਉਹਨਾਂ ਨੇ ਤਾਂ ਜਾਪ ਸਾਹਿਬ ਲਿਖਿਆ, ਉਹਨਾਂ 'ਤੇ ਅਰਥ ਆਉਂਦੇ ਹੀ ਨੇ ਬਸ। ਉਹ ਕਹਿੰਦੇ ਤੇਰੇ ਸਮਝਣ ਦੀ ਕੋਈ, ਜੇ ਨਹੀਂ ਸਮਝਣ ਦੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਉਸ ਦੇ ਵਿੱਚ ਸਿੱਖਿਆ ਨਹੀਂ ਹੈ। ਉਹ ਤਾਂ ਜੈਸਾ ਵਾਹਿਗੁਰੂ ਵਾਹਿਗੁਰੂ ਕਰ ਲਿਆ ਤੈਸਾ ਜਿਹੜਾ ਹੈ ਜਾਪ ਸਾਹਿਬ ਪੜ੍ਹ ਲਿਆ, ਉਹ ਤਾਂ ਵਡਿਆਈ ਹੈ ਪਰਮਾਤਮਾ ਦੀ ਉਸ ਦੇ ਵਿੱਚ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜੇ ਕੋਈ 6 ਸ਼ਾਸਤਰਾਂ ਦੀ ਵਿਚਾਰ ਕਰੇ ਮੁੱਖ ਗਿਆਨ, ਅਤੇ ਮੁੱਖ ਨਾਲ ਲੋਕਾਂ ਨੂੰ ਜੋ ਲਿਖਿਆ ਉਹਦਾ ਗਿਆਨ ਦੇਵੇ, ਗਿਆਨ ਦੇਵੇ ਵੀ ਜਿਵੇਂ ਮੈਂ ਕਥਾ ਕਰ ਰਿਹਾ ਹਾਂ, ਬਾਣੀ ਦੇ ਵਿਚਾਰ ਤੁਹਾਨੂੰ ਸੁਣਾ ਰਿਹਾ ਹਾਂ, ਮੁੱਖ ਨਾਲ ਗਿਆਨ ਦੇ ਰਿਹਾ ਹਾਂ ਜੋ ਬਾਣੀ 'ਚ ਲਿਖਿਆ ਹੋਇਆ ਹੈ। ਪੂਜਾ ਤਿਲਕ ਤੀਰਥ ਇਸ਼ਨਾਨ, ਜੇ ਕੋਈ ਮੂਰਤੀ ਪੂਜਾ ਕਰੇ, ਮੱਥੇ 'ਤੇ ਤਿਲਕ ਲਾਵੇ, ਤੀਰਥਾਂ ਦਾ ਜਾ ਕੇ ਇਸ਼ਨਾਨ ਕਰੇ। ਨਿਵਲੀ ਕਰਮ, ਨਿਵਲੀ ਕਰਮ ਦਾ ਪੇਟ ਨੂੰ ਸਾਫ਼ ਕਰਨ ਦੀ ਕਿਰਿਆ। ਜਿਹੜੇ ਯੋਗੀ ਹੁੰਦੇ ਨੇ, ਕਦੇ ਉਹਨਾਂ ਤੋਂ ਜਿਵੇਂ ਪਹਿਲਾਂ ਰਾਮਦੇਵ, ਲੋਕ ਆਮ ਦੇਖਿਆ ਕਰਦੇ ਸਨ ਹੁੰਦੇ ਸਟੇਜ 'ਤੇ, ਉਹ ਜਿਹੜਾ ਹੈ ਪੇਟ ਨੂੰ ਹਿਲਾਉਂਦਾ ਸੀ। ਉਹ ਇੱਕ ਢੰਗ ਹੈ, ਉਹਨੂੰ ਕਹਿੰਦੇ ਨਿਉਲੀ ਕਰਮ। ਉਹਦੇ ਨਾਲ ਪੇਟ ਸਾਫ਼ ਹੋ ਜਾਂਦਾ ਹੈ। ਕਈਆਂ ਨੂੰ ਕਬਜੀ ਹੁੰਦੀ ਹੈ, ਕੁਛ ਹੁੰਦਾ ਹੈ, ਪੇਟ ਸਾਫ਼ ਨਹੀਂ ਪੂਰੀ ਤਰ੍ਹਾਂ ਹੁੰਦਾ। ਜੇ ਪੇਟ ਪੂਰੀ ਤਰ੍ਹਾਂ ਸਾਫ਼ ਨਹੀਂ ਹੋਵੇਗਾ ਫਿਰ ਗੈਸ ਬਣੇਗੀ, ਗੈਸ ਬਣਦੀ। ਅਲੱਗ ਕਹਿੰਦੇ ਜੀ ਗੈਸ ਬਣਦੀ ਹੈ। ਜਿਹਦੇ ਗੈਸ ਹੋਵੇ ਉਹ ਆਪਣੀ ਜੀਭ ਸ਼ੀਸ਼ੇ ਦੇਖੇ, ਉਹ ਚਿੱਟੀ ਚਿੱਟੀ ਉਹਦੀ ਜੀਭ ਹੋਏਗਾ, ਚਿੱਟਾ ਚਿੱਟਾ ਲੱਗਿਆ ਹੋਏਗਾ। ਜਿਵੇਂ ਇੱਕ ਡਾਕਟਰ ਕਹਿੰਦਾ ਮੈਨੂੰ ਜੀ ਮੂੰਹ ਖੋਲ੍ਹੋ, ਜੀਭ ਕੱਢੋ, ਕਹਿੰਦਾ ਤੁਹਾਨੂੰ ਕਬਜੀ ਹੈ। ਮੈਂ ਤੁਹਾਨੂੰ ਕੀ ਪਤਾ? ਕਹਿੰਦਾ ਤੁਹਾਡੀ ਜੀਭ ਚਿੱਟੀ ਹੈ, ਤੁਹਾਡੀ ਜੀਭ ਚਿੱਟੀ ਹੈ ਅਤੇ ਤੁਹਾਨੂੰ ਕਬਜੀ ਹੈ, ਇਸ ਕਰਕੇ ਤੁਹਾਨੂੰ ਗੈਸ ਹੈ। ਕਬਜੀ ਦੀ ਆਹ ਦਵਾਈ ਖਾਇਆ ਕਰੋ, ਕਬਜੀ ਹਟ ਜਾਏਗੀ, ਗੈਸ ਹਟ ਜਾਏਗੀ, ਤੁਹਾਡੀ ਜੀਭ ਅਸਲੀ ਰੰਗ 'ਚ ਆ ਜਾਵੇਗੀ। ਸੋ ਕਹਿੰਦੇ ਨਿਉਲੀ ਕਰਮ ਵੀ ਕੀਤੇ, ਪੇਟ ਸਾਫ਼ ਕਰਨ ਦੇ ਕਰਮ ਵੀ ਕੀਤੇ। ਆਸਣ 84, ਸਾਧੂਆਂ ਦੇ 84 ਆਸਣ ਨੇ, ਕਹਿੰਦੇ ਉਹ ਵੀ ਕੀਤੇ। ਇਨ ਮੈਂ ਸ਼ਾਂਤ ਨਾ ਆਵੇ ਜੀ, ਪਰ ਮਨ ਨੂੰ ਸ਼ਾਂਤੀ ਨਹੀਂ ਮਿਲੀ, ਮਨ ਨੂੰ ਸ਼ਾਂਤੀ ਨਹੀਂ ਮਿਲੀ। ਸ਼ਾਸਤਰ ਪੜ੍ਹੇ, ਲੋਕਾਂ ਨੂੰ ਮੁੱਖ ਨਾਲ ਗਿਆਨ ਵੀ ਦਿੱਤਾ, ਆਪ ਉਸ ਗਿਆਨ 'ਤੇ ਚੱਲੇ ਨਹੀਂ ਗੱਲ ਬਣਦੀ। ਮੈਂ ਕਥਾ ਤੁਹਾਨੂੰ ਸੁਣਾਈ ਜਾਵਾਂ, ਠੀਕ ਹੈ, ਪਰ ਜੋ ਕਥਾ 'ਚ ਤੁਹਾਨੂੰ ਦੱਸ ਰਿਹਾ, ਅਗਰ ਮੈਂ ਉਹ ਆਪ ਨਹੀਂ ਕਰਦਾ ਤਾਂ ਮੈਨੂੰ ਵੀ ਸ਼ਾਂਤੀ ਨਹੀਂ ਮਿਲੇਗੀ। ਬਸ ਗਿਆਨ ਜ਼ਰੂਰ, ਠੀਕ ਹੈ, ਗਿਆਨ ਨਿਰਾ ਗਿਆਨ ਸ਼ਾਂਤੀ ਨਹੀਂ ਕਿਸੇ ਨੂੰ ਦਿਆ ਕਰਦਾ। ਸ਼ਾਂਤੀ ਉਦੋਂ ਮਿਲਦੀ ਹੈ ਜਦੋਂ ਗਿਆਨ ਦੇ ਅਨੁਸਾਰ ਬੰਦਾ ਕਰਮ ਕਰਦਾ ਹੈ। ਮਹਾਨਤਾ ਗਿਆਨ ਦੀ ਨਹੀਂ, ਗਿਆਨ ਤਾਂ ਇਸ ਲਈ ਚਾਹੀਦਾ ਕਿ ਅਸੀਂ ਕਰਮ ਕਰ ਸਕੀਏ। ਜੇ ਸਾਨੂੰ ਗਿਆਨ ਹੀ ਨਹੀਂ ਹੈ ਤਾਂ ਫਿਰ ਅਸੀਂ ਉਸ ਤਰ੍ਹਾਂ ਕਰਮ ਵੀ ਕਿਵੇਂ ਕਰਾਂਗੇ? ਗਿਆਨ ਹੋਣਾ ਜ਼ਰੂਰੀ ਹੈ, ਪਰ ਨਿਰਾ ਗਿਆਨ ਸਾਨੂੰ ਮੁਕਤੀ ਨਹੀਂ ਦਿੰਦਾ, ਸਾਨੂੰ ਸ਼ਾਂਤੀ ਨਹੀਂ ਦਿੰਦਾ। ਹੁਣ ਕਈ ਲੋਕ ਅਖਬਾਰ ਪੜ੍ਹਦੇ ਰਹਿੰਦੇ ਨੇ, ਆਹ TV ਦੇਖੀ ਜਾਣਗੇ, ਇੰਨੇ ਵਰਗੇ ਇੰਨੇ ਵਰਗੇ, ਬਈ ਉਹ ਤੁਹਾਡੇ ਪੜ੍ਹਨ ਦੇਖਣ ਨਾਲ ਤੁਹਾਨੂੰ ਕੀ ਫਾਇਦਾ? ਕੋਈ ਫਾਇਦਾ ਉਹਦਾ? ਉਹ ਸਿਸਟਰ UP 'ਚ ਬਿਮਾਰ ਹੈ, ਮੈਂ ਕਿਹਾ ਭਾਈ ਇਹਨੂੰ ਹਸਪਤਾਲ ਲੈ ਜਾਓ,
ਮੈਂ ਦੀ ਆਕਸੀਜਨ ਘਟ ਰਹੀ ਹੈ। ਬਸ ਹਸਪਤਾਲ ਕੇ ਸਾਡੇ ਕੋਲ ਸਿਲੰਡਰ ਹੀ ਨਹੀਂ ਹੈ ਜੀ। ਦੂਜੇ ਹਸਪਤਾਲ ਲੈ ਗਏ ਕਿ ਸਾਡੇ ਕੋਲ ਸਿਲੰਡਰ ਨਹੀਂ ਆਕਸੀਜਨ ਦਾ। ਤੀਜੇ 'ਚ ਲੈ ਕੇ ਗਏ ਕਿ ਸਾਡੇ ਕੋਲ ਸਿਲੰਡਰ ਹੀ ਨਹੀਂ ਹੈਗਾ। ਤਾਂ ਫਿਰ ਇੱਕ ਅੱਧੇ ਦਿਨ ਮਰ ਜਾਏਗੀ, ਹੋਰ ਕੀ ਹੋਏਗਾ। ਜਦੋਂ ਆਕਸੀਜਨ ਦੀ ਕਮੀ ਹੋਈ ਦਮ ਘੁੱਟ ਜਾਏਗਾ। ਸਾਡੇ 'ਚ ਆਕਸੀਜਨ ਘੱਟ ਤੋਂ ਘੱਟ 95% ਚਾਹੀਦੀ। 100 ਨੇ ਜਿਵੇਂ ਆਪਾਂ ਕਿਸ ਚੀਜ਼ ਮਾਪੀਏ 100, ਅਤੇ ਜਿਹੜਾ ਹੈ ਘੱਟ ਤੋਂ ਘੱਟ 95 ਤੰਦਰੁਸਤ ਬੰਦਾ ਤਾਂ ਮੰਨੇ ਜਿਹਦੇ ਆਕਸੀਜਨ 90 ਤੋਂ ਉੱਪਰ ਹੈ। ਹੁਣ ਜੇ ਆਕਸੀਜਨ ਹੀ 60 'ਤੇ ਆ ਗਈ ਤਾਂ ਬਸ ਤਿਆਰੀ ਕਰ ਲਓ ਮਰਨ ਦੀ, ਫਿਰ ਹੋਰ ਕੀ ਹੈ। ਜਦੋਂ ਆਕਸੀਜਨ ਡਾਊਨ ਹੋ ਗਈ ਸਾਡਾ ਬਲੱਡ ਪ੍ਰੈਸ਼ਰ ਇੱਕਦਮ ਡਾਊਨ ਹੋ ਜਾਏਗਾ। ਜਿਉਂ ਹੀ ਬਲੱਡ ਪ੍ਰੈਸ਼ਰ ਡਾਊਨ ਹੋਏਗਾ ਹਾਰਟ ਫੇਲ ਹੋ ਜਾਏਗਾ। ਸਰ ਕੀ ਸਿਰਫ ਉਹਨੂੰ ਵੈਂਟੀਲੇਟਰ 'ਤੇ ਪਾਉਣ ਦਾ ਇਹੀ ਮਤਲਬ ਹੈ ਕਿ ਉਹਦੀ ਆਕਸੀਜਨ ਪੂਰੀ ਹੋਵੇ, ਉਹਨੂੰ ਬਾਹਰੋਂ ਆਕਸੀਜਨ ਮਿਲੇ, ਉਹਦੀ ਆਕਸੀਜਨ ਪੂਰੀ ਹੋਵੇ ਅਤੇ ਫੇਫੜੇ ਕੰਮ ਕਰਨ। ਹੁਣ ਆਕਸੀਜਨ ਹੀ ਨਹੀਂ ਮਿਲ ਰਹੀ। ਫਿਰ ਡਾਕਟਰ ਨੇ ਸੀਤਾਪੁਰ ਡਿਸਟ੍ਰਿਕਟ ਜਿਹੜਾ ਹੈ ਉੱਥੇ ਟੈਲੀਫੋਨ ਕੀਤਾ ਗੌਰਮੈਂਟ ਹਸਪਤਾਲ 'ਚ, ਵੀ ਇਸ ਤਰ੍ਹਾਂ ਮਰੀਜ਼ ਮੈਂ ਭੇਜਣ ਲੱਗਾ ਕਿ ਸਾਡੇ ਕੋਲ ਤਾਂ ਆਪ ਆਕਸੀਜਨ ਹੈ ਨਹੀਂ ਜੀ। ਫਿਰ ਮੈਂ ਕਿਹਾ ਭਾਈ ਵਾਪਸ ਘਰ ਲੈ ਆਓ, ਜੇ ਦਿਨ ਵਧੇ ਨੇ 2-4 ਦਿਨ ਜਿਉਂ ਲੈ ਗਏ, ਨਹੀਂ ਤਾਂ ਫਿਰ ਸਤਿ ਸ੍ਰੀ ਅਕਾਲ ਹੋ ਜਾਏਗੀ। ਹੁਣ ਕੀ ਕਰੀਏ, ਹੋਰ ਕੀ ਹੱਲ ਹੀ ਕੋਈ ਨਹੀਂ ਹੈਗਾ ਜੀ। ਆਕਸੀਜਨ ਤੋਂ ਬਿਨਾਂ ਕੋਈ ਹੱਲ ਨਹੀਂ, ਉਹ ਕਿਤੋਂ ਮਿਲਦੀ ਨਹੀਂ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਵੀ ਨਿਰਾ ਗਿਆਨ ਨਹੀਂ ਕੁਛ ਕਰਦਾ। ਗਿਆਨ ਹੈ ਆਕਸੀਜਨ ਚਾਹੀਦੀ ਹੈ, ਉਸ ਹੁਣ ਆਕਸੀਜਨ ਮਿਲਦੀ ਨਹੀਂ, ਗਿਆਨ ਨੂੰ ਕੀ ਕਰੇਗਾ ਬੰਦਾ। ਗਿਆਨ ਤਾਂ ਮੈਨੂੰ ਵੀ ਹੈ ਵੀ ਜਦੋਂ ਆਕਸੀਜਨ ਹੀ 60 ਰਹਿ ਗਈ ਹੈ, ਇਹਦਾ ਮਤਲਬ ਹੁਣ ਤਾਂ ਨਬਜ਼ ਬਹੁਤ ਸਲੋ ਹੋ ਗਈ ਹੈ, ਬਲੱਡ ਪ੍ਰੈਸ਼ਰ ਬਹੁਤ ਡਾਊਨ ਹੋ ਗਿਆ ਹੈ, ਹੋਰ ਬਲੱਡ ਪ੍ਰੈਸ਼ਰ ਡਾਊਨ ਹੋਏਗਾ, ਹਾਰਟ ਅਟੈਕ ਹੋਏਗਾ, ਡੈਥ ਹੋ ਜਾਏਗੀ। ਆ ਜਿਹੜਾ ਵੈਂਟੀਲੇਟਰ 'ਤੇ ਪਾਉਂਦੇ ਨੇ ਸਿਰਫ ਆਹੀ ਮਤਲਬ ਹੈ ਉਹਨੂੰ ਆਕਸੀਜਨ ਮਿਲਦੀ ਰਹੇ, ਇਸ ਲਈ ਪਾਉਂਦੇ ਨੇ। ਅਤੇ ਜੇ ਆਕਸੀਜਨ ਤਾਂ ਮਸ਼ੀਨ 'ਤੇ ਲਿਟਾ ਕੇ ਕੀ ਕਰਨ ਮਰੀਜ਼ ਨੂੰ, ਆਕਸੀਜਨ ਇਸ ਤਰ੍ਹਾਂ ਹੁੰਦਾ। ਸੋ ਮੇਰੇ ਸੁਣਾਉਣ ਤੋਂ ਭਾਵ ਹੈ ਵੀ ਨਿਰਾ ਗਿਆਨ ਨਹੀਂ ਮਨੁੱਖ ਦਾ ਕੋਈ ਸਵਾਰਦਾ। ਗਿਆਨ ਅਨੁਸਾਰ ਜਦੋਂ ਸਾਡੇ ਕਰਮ ਹੁੰਦੇ ਨੇ ਫਿਰ ਸਾਡਾ ਜੀਵਨ ਸੰਵਰਦਾ ਹੈ। ਤਾਂ ਉਹ ਕਹਿੰਦੇ ਨੇ ਵੀ 6 ਸ਼ਾਸਤਰ ਵੀ ਪੜ੍ਹੇ, ਉਹਨਾਂ ਦੇ ਵਿਚਾਰ ਵੀ ਕੀਤੇ, ਮੁੱਖ ਨਾਲ ਲੋਕਾਂ ਨੂੰ ਦਾ ਗਿਆਨ ਵੀ ਦਿੱਤਾ, ਮੂਰਤੀ ਪੂਜਾ ਵੀ ਕੀਤੀ, ਮੱਥੇ 'ਤੇ ਤਿਲਕ ਵੀ ਲਾਏ, ਤੀਰਥ ਇਸ਼ਨਾਨ ਵੀ ਕੀਤੇ, ਪੇਟ ਸਾਫ਼ ਕਰਨ ਦੇ ਕਰਮ ਕੀਤੇ, 84 ਆਸਨ ਵੀ ਕੀਤੇ, ਇਨ ਮੈਂ ਸ਼ਾਂਤ ਨਾ ਆਵੇ ਜੀਓ। ਪਰ ਇਸ ਤਰ੍ਹਾਂ ਕਰਨ ਨਾਲ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਹੁਣ ਕਿਵੇਂ ਮਿਲੇਗੀ ਇਹ ਕੱਲ੍ਹ ਨੂੰ ਆਪਾਂ ਪੜ੍ਹਾਂਗੇ। ਆਰਕਾ ਸਾਨੂੰ ਸ਼ਾਂਤੀ ਚਾਹੀਦੀ ਹੈ। ਉਹ ਪਹਿਲਾਂ ਰੰਗ ਦੱਸ, ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਸ਼ਾਂਤੀ ਨਹੀਂ ਮਿਲੇਗੀ। ਕਿਵੇਂ ਮਿਲੇਗੀ ਇਹ ਫਿਰ ਕੱਲ੍ਹ ਨੂੰ ਆਪਾਂ ਨੂੰ ਪਤਾ ਲੱਗੇਗਾ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।